ਸ਼ਬਦ ਭਗਤ ਕਬੀਰ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਵਿੱਚ ਦਰਜ ਹੈ। ਸੋ ਕੱਲ ਤੱਕ ਆਪਾਂ 132 ਸ਼ਲੋਕਾਂ ਦੀ ਵਿਚਾਰ ਕਰ ਲਈ ਸੀ। ਉਸ ਤੋਂ ਅਗਲੇ ਸ਼ਲੋਕ ਦਾ ਪਾਠ ਔਰ ਵਿਚਾਰ। ਕਬੀਰ ਕਾਰਨ ਸੋ ਪਇਓ ਜੋ ਕੀਨੋ ਕਰਤਾਰ, ਤਿਸ ਬਿਨ ਦੂਸਰ ਕੋ ਨਹੀਂ, ਏਕੋ ਸਿਰਜਣਹਾਰ। ਇਸ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਜੀ ਪਰਮੇਸ਼ਰ ਜੀ ਦੇ ਕਰਤੇ ਭਾਵ ਨੂੰ ਸਿੱਧ ਕਰ ਰਹੇ ਨੇ। ਇਹੋ ਹੀ ਰੂਹਾਨੀਅਤ ਦਾ ਇੱਕ ਬਹੁਤ ਵੱਡਾ ਸੰਦੇਸ਼ ਹੈ, ਬਹੁਤ ਵੱਡਾ ਉਪਦੇਸ਼ ਹੈ। ਰੂਹਾਨੀਅਤ ਦੇ ਵਿੱਚ ਪਰਮਾਤਮਾ ਨੂੰ ਸਮਝਣਾ ਹੈ, ਜਾਣੀ ਧਰਮ ਦਾ ਅਰਥ ਇੱਕੋ ਹੀ ਹੈ ਕਿ ਅਸੀਂ ਗੁਰੂ ਸਾਹਿਬ ਜੀ ਤੋਂ ਪਰਮਾਤਮਾ ਨੂੰ ਸਮਝਣਾ ਹੈ। ਜੇ ਸਾਡੇ ਪਰਮਾਤਮਾ ਸਮਝ ਵਿੱਚ ਨਹੀਂ ਆ ਰਿਹਾ, ਸਾਨੂੰ ਪਰਮਾਤਮਾ ਦੀ ਜਾਣੀ ਪ੍ਰਾਪਤੀ ਨਹੀਂ ਹੋ ਰਹੀ, ਉਹਦਾ ਮਾਰਗ ਨਹੀਂ ਦਿਸ ਰਿਹਾ, ਤਾਂ ਸਾਨੂੰ ਕੋਈ ਧਰਮ ਨਹੀਂ ਮਿਲਿਆ। ਆਖੋ ਸਤਿਨਾਮ। ਇਸ ਕਰਕੇ ਫਿਰ ਪਰਮਾਤਮਾ ਨੂੰ ਪਾਉਣਾ ਕੀ ਹੈ ਕਿ ਹੁਣ ਆਪਾਂ ਜਿਨ੍ਹਾਂ ਨੇ ਪਰਮਾਤਮਾ ਨਹੀਂ ਪਾਇਆ, ਕਿ ਇੱਥੇ ਪਰਮਾਤਮਾ ਨਹੀਂ ਹੈ? ਕੀ ਪਰਮਾਤਮਾ ਨੂੰ ਕਿਤੋਂ ਦੂਰੋਂ ਲੱਭ ਕੇ ਲੈ ਕੇ ਆਵਾਂਗੇ? ਪਰਮਾਤਮਾ ਨੂੰ ਪਾਉਣਾ ਕੀ ਹੈ? ਪਰਮਾਤਮਾ ਨੂੰ ਪਾਉਣਾ ਹੈ ਪਰਮਾਤਮਾ ਨੂੰ ਸਮਝ ਜਾਣਾ। ਫਿਰ ਪਰਮਾਤਮਾ ਹੈ ਕਿੱਥੇ? ਹਰ ਥਾਂ ਤੇ ਪਰਮਾਤਮਾ ਮੌਜੂਦ ਹੈ। ਜਿੱਥੇ ਵੀ ਵੇਖੇਗਾ ਉੱਥੇ ਹੀ ਪਰਮਾਤਮਾ ਹੈ। ਫਿਰ ਸਾਨੂੰ ਕਿਉਂ ਨਹੀਂ ਦਿਸ ਰਿਹਾ? ਸਵਾਲ ਇਹ ਹੈ ਕਿਉਂਕਿ ਅਸੀਂ ਆਪਣੇ ਆਪ ਨੂੰ ਦੇਖ ਰਹੇ ਹਾਂ, ਪਰਮਾਤਮਾ ਨੂੰ ਨਹੀਂ ਦੇਖ ਰਹੇ। ਆਖੋ ਸਤਿਨਾਮ। ਸਾਡੇ ਅੰਦਰ ਜਿਹੜਾ ਮੈਂ ਭਾਵ, ਹਉ ਮੈਂ, ਹਉ ਦਾ ਭਾਵ ਮੇਰਾ ਕੋਈ ਵਜੂਦ ਹੈ, ਮੈਂ ਦਾ ਭਾਵ ਇਹੀ ਵਜੂਦ ਕੁਛ ਕਰ ਰਿਹਾ ਹੈ। ਫਿਰ ਸਮਝਣਾ ਬੇਨਤੀ ਨੂੰ ਧਿਆਨ ਨਾਲ। ਹਉ ਮੈਂ ਦਾ ਭਾਵ, ਹਉ ਦਾ ਭਾਵ ਵੀ ਮੈਂ ਕੁਛ ਹੈਗਾ, ਵੱਖਰੀ ਹਸਤੀ ਹਾਂ। ਪਰਮਾਤਮਾ ਹੋਰ ਹੈ, ਮੈਂ ਹੋਰ ਹਾਂ। ਆਪਣੇ ਆਪ ਨੂੰ ਵੱਖਰੀ ਹਸਤੀ ਸਮਝਣਾ ਹਉ ਹੈ, ਤੇ ਇਹਨੂੰ ਕਰਤਾ ਸਮਝਣਾ ਕਿ ਮੈਂ ਕਰ ਰਿਹਾ, ਮੇਰਾ ਸਰੀਰ ਕਰਦਾ ਹੈ, ਮੈਂ ਕਰ ਸਕਦਾ। ਸਾਨੂੰ ਸੋਚ ਕੇ ਕਰਨਾ ਚਾਹੀਦਾ ਹੈ, ਮੈਂ ਸੋਚ ਕੇ ਕੀਤਾ, ਮੈਥੋਂ ਗਲਤ ਹੋ ਗਿਆ, ਮੈਥੋਂ ਠੀਕ ਹੋਇਆ। ਇਹ ਸਭ ਕੁਝ ਕੀ ਹੈ? ਮੈਂ ਭਾਵ ਕਰਦਾ ਤਾਂ ਸਭ ਕੁਝ ਪਰਮਾਤਮਾ ਹੈ, ਪਰ ਹਉਮੈ ਕਹਿੰਦੀ ਹੈ ਵੀ ਮੈਂ ਕਰਦਾ। ਆਖੋ ਸਤਿਨਾਮ। ਇਹੋ ਹੀ ਇੱਕ ਪਰਮਾਤਮਾ ਤੋਂ ਦੂਰੀ ਹੈ। ਪਰਮਾਤਮਾ ਤੋਂ ਦੂਰੀ ਜੀਵ ਦੀ ਕੀ ਹੈ? ਹਉਮੈ। ਹੁਣ ਜਪਜੀ ਸਾਹਿਬ ਵਿੱਚ ਮਹਾਰਾਜ ਵਰਣਨ ਕਰਦੇ ਨੇ, ਕਹਿੰਦੇ ਭਾਈ ਦੇਖੋ, ਜੇ ਬੰਦਾ ਇਸ ਗੱਲ ਨੂੰ ਸਮਝ ਜਾਵੇ ਕਿ ਮੈਂ ਨਹੀਂ ਕਰਦਾ, ਜੋ ਕੁਛ ਕਰਦਾ ਕੌਣ ਕਰਦਾ? ਪਰਮਾਤਮਾ ਕਰਦਾ ਹੈ। ਇਹਨੂੰ ਜਿਵੇਂ ਨੋਟ ਕਰਿਓ ਜੀ, ਇਹ ਆਪਣੇ ਕੋਈ ਸਟੇਜੀ ਸ਼ਿੰਗਾਰ ਨਹੀਂ ਹੈਗਾ ਵੀ ਆਪਾਂ ਗੱਲਾਂ ਸੋਹਣੀਆਂ ਕਰ ਲੈਂਦੇ ਹਾਂ। ਇਹਨੂੰ ਐਵੇਂ ਜਿਵੇਂ ਨੋਟ ਕਰੋ, ਇਹ ਆਪਣੇ ਵਾਸਤੇ ਵਚਨ ਹੈ। ਭਾਈ ਬੰਦਾ ਕੁਛ ਨਹੀਂ ਕਰ ਸਕਦਾ, ਨਾ ਹਮ ਕੀਆ ਨਾ ਕरहेंगे, ਨਾ ਕਰ ਸਕੈ ਸਰੀਰ। ਇਹ ਵੀ ਭਗਤ ਕਬੀਰ ਸਾਹਿਬ ਜੀ ਦੇ ਵਚਨ ਹੈ। ਕਹਿੰਦੇ ਨਾ ਅਸੀਂ ਕੁਛ ਕੀਤਾ, ਨਾ ਕਰ ਸਕਦੇ ਹਾਂ। ਸਮਝ ਆਉਂਦੀ ਆਪਾਂ ਨੂੰ ਆਪਦੇ ਜੀਵਨ 'ਚ? ਜੇ ਆਪਾਂ ਕਰ ਸਕਦੇ ਹੁੰਦੇ ਤੇ ਆਪਣੇ 'ਚੋਂ ਕਿਸੇ ਨੇ ਗਰੀਬ ਨਹੀਂ ਸੀ ਰਹਿਣਾ। ਸਭ ਕਹਿੰਦੇ ਆ ਕਿ ਮੈਂ ਅਮੀਰ ਹੋ ਜਾ। ਆਖੋ ਸਤਿਨਾਮ।
ਜੇ ਆਪਾਂ ਕੁਛ ਕਰ ਸਕਦੇ ਤਾਂ ਹੁੰਦੇ ਤਾਂ ਆਪਾਂ ਕਦੇ ਬਿਮਾਰ ਨਾ ਹੁੰਦੇ। ਕੋਈ ਨਹੀਂ ਕਹਿੰਦਾ ਕਿ ਮੈਂ ਬਿਮਾਰ ਹੋ ਜਾ, ਆਖੋ ਸਤਿਨਾਮ। ਜੇ ਆਪਾਂ ਕਰ ਸਕਦੇ ਹੁੰਦੇ ਤਾਂ ਆਪਾਂ ਕਦੇ ਵੀ ਦੁਨੀਆ ਦੇ ਵਿੱਚ ਆਪਾਂ ਨੂੰ ਕੋਈ ਨਿੰਦ ਭੰਡ ਨਹੀਂ ਸੀ ਸਕਦਾ। ਜੇ ਆਪਣੇ ਹੱਥ ਹੁੰਦੀ, ਸਭ ਕਹਿੰਦੇ ਵੀ ਮੇਰੀ ਉਸਤਤ ਹੋਵੇ, ਆਖੋ ਸਤਿਨਾਮ। ਇਸ ਕਰਕੇ ਜਿਹੜਾ ਨਹੀਂ ਹੋ ਰਿਹਾ ਇਹਦਾ ਮਤਲਬ ਸਾਡੀ ਸਮਰੱਥਾ ਨਹੀਂ ਹੈਗੀ। ਸਿੱਧ ਹੋ ਗਈ ਨਾ ਗੱਲ ਵੀ ਜਿਹੜਾ ਕੁਛ ਹੋ ਨਹੀਂ ਰਿਹਾ ਉਹ ਸਾਡੀ ਸਮਰੱਥਾ ਨਹੀਂ ਹੈ। ਤੇ ਫਿਰ ਗੱਲ ਇੱਥੇ ਆ ਜਾਂਦੀ ਵੀ ਜਿਹੜਾ ਹੋ ਰਿਹਾ ਇਹ ਕਹਿੰਦਾ ਇਹ ਤਾਂ ਮੈਂ ਕਰਤਾ। ਮੰਨ ਲਓ ਕੋਈ ਵੀ ਕੰਮ, ਅੱਜ ਫਸਲ ਵੱਢਣ ਦਾ ਮੌਕਾ ਹੈ, ਜੇ ਅੱਜ ਸਾਡਾ ਝੋਨੇ ਦਾ ਝਾੜ ਵੱਧ ਨਿਕਲ ਰਿਹਾ ਹੈ ਤੇ ਬੰਦਾ ਕਹਿੰਦਾ ਮੈਂ ਕਰਤਾ, ਤੇ ਪਿਛਲੇ ਸਾਲ ਘੱਟ ਨਿਕਲਿਆ ਸੀ, ਫਿਰ ਉਦੋਂ ਕਿੱਧਰ ਗਿਆ ਸੀ, ਆਖੋ ਸਤਿਨਾਮ। ਫਿਰ ਉਦੋਂ ਵੀ ਤਾਂ ਤੂੰ ਇੰਨਾ ਹੀ ਸਿਆਣਾ ਸੀ, ਬਸ ਇੰਨਾ ਹੀ ਫਰਕ ਸੀ ਵੀ ਉਮਰ 'ਚ ਸਿਰਫ 1 ਸਾਲ ਛੋਟਾ ਸੀਗਾ। ਜੇ ਹੁਣ 40 ਦਾ ਤਾਂ ਉਦੋਂ 48 ਦਾ ਹੋਏਗਾ, 48 ਦਾ ਕਿਹੜਾ ਬੱਚਾ ਹੁੰਦਾ ਹੈ। ਜੇ ਹੁਣ 50 ਦਾ ਤਾਂ ਉਦੋਂ 49 ਦਾ ਹੋਏਗਾ, 49 ਦਾ ਕਿਹੜਾ ਕੋਈ ਬੱਚਾ ਹੁੰਦਾ ਹੈ। ਸਮਝ ਇਸ ਗੱਲ ਨੂੰ। ਇਹ ਕਹਿੰਦਾ ਜੀ ਦੇਖੋ ਮੈਂ ਜੀਵਨ ਦੇ ਵਿੱਚ ਆ ਤਰੱਕੀ ਕਰ ਲਈ, ਤੇ ਜਦੋਂ ਫੇਲ ਸੀ ਉਦੋਂ ਵੀ ਤਾਂ ਤੂੰ ਹੀ ਸੀਗਾ, ਆਖੋ ਸਤਿਨਾਮ। ਬਿਲਕੁਲ ਸੀਰੀਅਸ। ਜੇ ਆਸ ਮੋੜ ਨੂੰ ਵੀ ਨਾ ਜਿਹੜਾ ਨੀਅਤ ਦੇ ਨੂੰ ਕੋਈ ਸਮਝ ਸਕਦਾ, ਉਹ ਕਦੇ ਵੀ ਪਰਮਾਤਮਾ ਨੂੰ ਨਹੀਂ ਸਮਝ ਸਕਦਾ। ਹੈ ਕਿ ਜਾ ਕਰਤਾ ਸਿਰ ਠੀਕ ਹੋ ਸਾਜੇ। ਕਰਤਾ ਹੈ ਕੌਣ? ਜਿਹਨੇ ਸ੍ਰਿਸ਼ਟੀ ਬਣਾਈ ਹੈ, ਆਖੋ ਸਤਿਨਾਮ। ਮੈਂ ਅਕਸਰ ਕਥਾ ਦੇ ਵਿੱਚ ਇੰਨਾ ਕੁ ਕਹਿ ਕੇ ਲੰਘ ਜਾਂਦਾ ਹੁੰਦਾ ਕਿ ਕਰਤੇ ਭਾਵ ਨੂੰ ਸਮਝੋ। ਇਹ ਕਰਤੇ ਭਾਵ ਨੂੰ ਸਮਝਣਾ ਹੈ। ਕਰਤੇ ਦਾ ਅਰਥ ਹੁੰਦਾ ਹੈ, ਵਿਆਕਰਨ ਦੇ ਵਿੱਚ ਆਪਾਂ ਜਾਵਾਂਗੇ, ਜਦੋਂ ਗ੍ਰਾਮਰ ਦੇ ਵਿੱਚ ਜਾਵਾਂਗੇ ਤਾਂ ਕਰਤੇ ਦਾ ਪੰਜਾਬੀ ਦੀ ਭਾਸ਼ਾ ਵਿੱਚ ਜਾਣੇ ਕਰਤੇ ਦਾ ਭਾਵ ਹੁੰਦਾ ਕਰਨ ਵਾਲਾ। ਬਸ ਆਪਾਂ ਕਰਤੇ ਭਾਵ ਸਮਝਣ ਤੋਂ ਬਾਅਦ ਇੱਕੋ ਹੀ ਗੱਲ ਸਮਝਣੀ ਹੈ ਵੀ ਕਰਤਾ ਕੌਣ ਹੈ, ਜਾਣੀ ਕਰਤਾ ਕੌਣ ਹੈ, ਆਖੋ ਸਤਿਨਾਮ। ਇਹੀ ਗੱਲ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਜਪਜੀ ਸਾਹਿਬ ਵਿੱਚ ਕਹੀ ਹੈ। ਕਹਿੰਦੇ ਭਾਈ ਜੇ ਤੂੰ ਹੁਣ ਕਰਤੇ ਨੂੰ ਸਮਝਣਾ ਹੈ ਤਾਂ ਇੱਕ ਗੱਲ ਸੁਣ, ਤੂੰ ਇਹ ਗੱਲ ਆਖਿਆ ਕਰ ਅਸੀਂ ਹੁਣ ਕਰਨਾ ਕੀ ਹੈ। ਤੁਸੀਂ ਕਹੋਗੇ ਵੀ ਇਹ ਤਾਂ ਗਿਆਨ ਤਾਂ ਆਪਾਂ ਲੈ ਲਿਆ, ਚਲੋ ਹੈ ਨਾ, ਵੀ ਆਪਾਂ ਕਰਨਾ ਕੀ ਹੈ। ਕਰਨਾ ਭਾਈ ਇਹ ਹੈ ਕਿ ਜੋ ਹੋ ਗਿਆ ਇਹ ਕਿਹਨੇ ਕੀਤਾ ਹੈ? ਪਰਮਾਤਮਾ ਨੇ। ਯਾਰ ਇਹ ਗੱਲ ਨਹੀਂ ਹੈਗੀ ਕਿ ਵੀ ਸਾਨੂੰ ਉਹ ਚੰਗਾ ਲੱਗਦਾ ਕਿ ਮਾੜਾ ਲੱਗਦਾ, ਸਾਨੂੰ ਘਾਟਾ ਲੱਗਦਾ ਕਿ ਵਾਧਾ ਲੱਗਦਾ, ਇਹ ਗੱਲ ਵੱਖਰੀ ਹੈ। ਪਰ ਜੋ ਵੀ ਹੋ ਗਿਆ ਉਹ ਕਿਹਨੇ ਕੀਤਾ? ਪਰਮਾਤਮਾ ਨੇ। ਤੇ ਪਰਮਾਤਮਾ ਸਾਡਾ ਮਾਲਕ ਹੈ, ਸਾਡਾ ਮਾਂ ਪਿਓ ਹੈ। ਇਸ ਕਰਕੇ ਅਸੀਂ ਉਹਨੂੰ ਮਾੜਾ ਨਹੀਂ ਕਹਿ ਸਕਦੇ, ਆਖੋ ਸਤਿਨਾਮ। ਤੇ ਇੱਕ ਜਿਹੜੀ ਹਉਮੈ ਸੀ ਉਹ ਵਿੱਚੋਂ ਕੱਢ ਦਿਓ, ਵਿੱਚੋਂ ਕੱਢ ਕੇ ਪਾਸੇ ਰੱਖ ਦਿਓ। ਸਮਝ ਗਏ ਬੇਨਤੀ ਨੂੰ? ਵੀ ਜੋ ਹੋਇਆ ਉੱਥੇ ਬੰਦੇ ਦੀ ਮਾਨਸਿਕ ਚਲਾਕੀ ਕੀ ਹੈ ਜੀ? ਜੇ ਤਾਂ ਹੋ ਗਿਆ ਮਾੜਾ, ਫਿਰ ਤਾਂ ਇਹਨੇ ਕਹਿਣਾ ਭਾਈ ਪਰਮਾਤਮਾ ਦੀ ਮਰਜ਼ੀ ਹੈ, ਚੱਲ ਭਾਈ ਪਰਮਾਤਮਾ ਨੇ ਕਰਤਾ ਤੂੰ ਭਾਣਾ ਮੰਨ ਲੈ। ਫਿਰ ਤਾਂ ਜਾਣੀ ਰੱਬ ਜੁੰਮੇ ਲੈ ਜਾਂਦੇ। ਜਿਹੜੇ ਗਲਤ ਕੰਮ ਹੈ ਨਾ, ਦੋਸ਼ ਬਣ ਗਿਆ ਨਾ, ਵੀ ਦੁਨੀਆ ਨੂੰ ਘਾਟਾ ਵਾਧਾ ਲੱਗਦਾ, ਉਸ 'ਚ ਘਾਟਾ ਲੱਗਦਾ। ਫਿਰ ਤਾਂ ਜਿੱਥੇ ਤਾਂ ਦੋਸ਼ ਦਾ ਥਾਂ ਸੀ ਉੱਥੇ ਤਾਂ ਰੱਬ ਖੜਾ ਤਾ। ਰੱਬ ਦਿਸਿਆ ਨਾ ਦਿਸਿਆ ਇਹਦੇ ਅਨੁਭਵ ਵਿੱਚ ਹੈਗਾ ਨਹੀਂ ਹੈਗਾ ਗੱਲ ਵੱਖਰੀ ਹੈ, ਪਰ ਇਹਨੇ ਰੱਬ ਨੂੰ ਦੋਸ਼ ਥਾਂ ਤੇ ਰੋਕ ਦਿੱਤਾ। ਤੇ ਜੇ ਹੋ ਗਿਆ ਚੰਗਾ, ਭਾਈ ਤੂੰ ਬੰਦਾ ਸਿਆਣਾ ਤਾਂ ਹੀ ਹੋ ਗਿਆ, ਆਖੋ ਸਤਿਨਾਮ। ਤੂੰ ਸਮਝਦਾਰ ਹੈ, ਤੂੰ ਕਮਾਊਗਾ। ਜਾਂ ਆਪ ਦੇ ਮਨ ਦੇ ਵਿੱਚ ਵੀ ਮੈਂ ਸਮਝਦਾਰ ਹਾਂ, ਮੈਂ ਕਮਾਊਂਗਾ, ਮੈਨੂੰ ਗਿਆਨ ਹੈ, ਮੈਨੂੰ ਇਹ ਸਾਰੀ ਕਬੀਲਦਾਰੀ ਚਲਾਉਣੀ ਆਉਂਦੀ ਹੈ, ਤਾਂ ਹੀ ਮੈਂ ਕਾਮਯਾਬ ਹਾਂ। ਇਹ ਸਾਰੀਆਂ ਗੱਲਾਂ ਫਿਰ ਇਹਦੇ ਸਿਰ 'ਤੇ ਆ ਕੇ ਖੜ ਜਾਂਦੀਆਂ। ਇਹਨੂੰ ਹਉਮੈ ਕਹਿੰਦੇ, ਆਖੋ ਸਤਿਨਾਮ। ਜਾਣੀ ਰੱਬ ਨੂੰ ਵਿੱਚੋਂ ਕੱਢ ਦੇਣਾ ਹਉਮੈ ਹੁੰਦੀ ਹੈ। ਕਈ ਵਾਰੀ ਆਪਾਂ ਹਉਮੈ ਦਾ ਨਾ ਬੜਾ ਛੋਟਾ ਅਰਥ ਲੈ ਲੈਂਦੇ ਹਾਂ ਵੀ ਲਓ ਜੀ ਕਿਸੇ ਨੇ ਕਹਿਤਾ ਵੀ ਮੈਂ ਇੱਥੇ ਗਿਆ ਸੀਗਾ, ਤੂੰ ਮੈਂ ਕਹੀ ਜਾਂਦਾ। ਐ ਨਹੀਂ, ਹਿਰਦੇ ਭਾਵ ਦੇ ਨਾਲ ਆਪਣੇ ਆਪ ਨੂੰ ਵਿੱਚੋਂ ਕੱਢ ਤੇ ਤੂੰ ਸਮਝ ਇਸ ਗੱਲ ਨੂੰ ਕਿ ਜੋ ਕੁਛ ਕਰ ਰਿਹਾ ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਕਰਤੇ ਕੀਆਂ ਬਾਤਾਂ, ਕਰਤਾ ਅੱਖਰ ਪੈਂਦਾ ਇੱਥੇ। ਜੋ ਕਿਛ ਕਰਨਾ ਸੋ ਕਰ ਰਿਹਾ। ਤੂੰ ਭੁੱਲ ਜਾ ਇਸ ਗੱਲ ਨੂੰ ਵੀ ਮੈਂ ਕਰ ਦੂੰਗਾ,
ਜੋ ਕੁਛ ਕਰਨਾ ਹੈ ਉਹ ਕਰੀ ਜਾ ਰਿਹਾ ਹੈ। ਆਖੋ ਸਤਿਨਾਮ। ਇਸ ਕਰਕੇ ਬੰਦਾ ਕੁਛ ਨਹੀਂ ਕਰ ਸਕਦਾ। ਮਹਾਰਾਜ ਦੇਖੋ, ਮਾਨੁਖ ਕੇ ਟੇਕ ਬਿਰਥੀ ਸਭ ਜਾਣ। ਆਪਾਂ ਤਾਂ ਬੰਦੇ ਤੇ ਟੇਕ ਰੱਖਦੇ ਆ ਵੀ ਬੰਦਾ ਮੈਨੂੰ ਕੁਛ ਦੇ ਦੂਗਾ, ਫਲਾਣਾ ਦੇ ਦੂ, ਫਲਾਣਾ ਦੇ ਦੂ। ਮਹਾਰਾਜ ਕਹਿੰਦੇ ਉਹ ਕਿਹੜਾ ਰੱਬ ਹੈ। ਆਖੋ ਸਤਿਨਾਮ। ਉਹ ਤਾਂ ਆਪ ਮੰਗੀ ਜਾਂਦਾ। ਦੇਵਨ ਕੋ ਏਕ ਹੈ ਭਗਵਾਨ। ਦੇਣ ਵਾਲਾ ਕੌਣ ਹੈ? ਇੱਕ ਪਰਮਾਤਮਾ। ਜਾਣੀ ਕਰਨ ਵਾਲਾ ਕੌਣ ਹੈ? ਇੱਕ ਪਰਮਾਤਮਾ। ਇੱਕ ਓੰਕਾਰ ਸਤਿਨਾਮ। ਅੱਗੇ ਕੀ ਹੈ ਜੀ? ਕਰਤਾ ਪੁਰਖ। ਜਦੋਂ ਆਪਾਂ ਮੂਲ ਮੰਤਰ ਸਾਹਿਬ ਦਾ ਜਾਪ ਕਰਨਾ ਹੈ ਤਾਂ ਇਹ ਭਾਵ ਨੂੰ ਅੰਦਰ ਰੱਖੋ ਭਾਈ। ਉੱਦਾਂ ਨਾ ਇੱਦਾਂ ਕਰੋ ਵੀ ਰਟਣ ਵਾਲੀ ਗੱਲ ਆ। ਚੰਗੀ ਗੱਲ ਹੈ, ਸਿਮਰਨ ਕਰਨਾ ਚੰਗੀ ਗੱਲ ਹੈ, ਜਿਵੇਂ ਵੀ ਕਰਨਾ ਉਵੇਂ ਚੰਗੀ ਗੱਲ ਹੈ, ਪਰ ਰਟਨ ਬਣਾ ਕੇ ਨਾ ਕਰੋ, ਭਾਵ ਰੱਖ ਕੇ। ਜਦੋਂ ਆਪਾਂ ਉਚਾਰਨ ਕਰਦੇ ਹਾਂ ਇੱਕ ਓੰਕਾਰ, ਇੱਕ ਜਦੋਂ ਅੱਖਰ ਬੋਲਦੇ ਹਾਂ ਉਦੋਂ ਸੁਰਤ 'ਚ ਇੱਕ ਆ ਜਾਏ ਵੀ ਇੱਕੋ ਹੀ ਹੈ ਸਾਰਾ ਕੁਛ, ਹੋਰ ਦੂਜਾ ਕੁਛ ਨਹੀਂ ਹੈਗਾ, ਇੱਕ ਹੈ ਓੰਕਾਰ। ਜਦੋਂ ਓੰਕਾਰ ਬੋਲਾਂਗੇ ਫਿਰ ਚਿੱਤ ਦੇ ਵਿੱਚ ਇਹ ਆ ਜਾਣਾ ਚਾਹੀਦਾ ਨਾਲੋਂ ਨਾਲ ਕਿ ਉਹ ਜਿਹੜੀ ਆ ਸਾਰਾ ਆਕਾਰਾ ਬਣਿਆ ਇਹ ਇੱਕ ਤੋਂ ਬਣਿਆ, ਇੱਕ ਓੰਕਾਰ। ਇਹ ਉਸੇ ਦਾ ਆਕਾਰ ਹੈ। ਅਕਾਲ ਪੁਰਖ ਕੀ ਦੇਹ ਮੋਹ ਕੋਟਿਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਬ ਸੱਸ ਕਰੋੜ ਜਲੇਸ਼। ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਕਹਿੰਦੇ ਕਰਤੇ ਇੱਕ ਦੀ ਸਭ ਕੁਝ ਹੈਗਾ, ਇਹਦੀ ਦੇਹ 'ਚ ਹੀ ਆ ਜਾਂਦਾ ਸਾਰਾ ਸੰਸਾਰ। ਕਰਤ ਸਤਨਾ ਇੱਕ ਓੰਕਾਰ ਸਤਨਾਮ। ਫਿਰ ਸੁਰਤ ਦੇ ਵਿੱਚ ਸਤ, ਸਦਾ ਸੱਚ ਕੌਣ ਹੈ? ਇੱਕ ਪਰਮਾਤਮਾ। ਨਾਮ ਦਾ ਭਾਵ ਉਹਦੀ ਹੋਂਦ। ਨਾਮ ਦਾ ਭਾਵ ਗੁਰਮੰਤਰ ਨਹੀਂ ਲੈਣਾ ਕੇਵਲ। ਗੁਰਮੰਤਰ ਆਪਦੇ ਆਪਦੇ ਧਰਮਾਂ ਦਾ ਹੈ। ਵਾਹਿਗੁਰੂ ਜੀ ਨੂੰ ਜਾਪਣ ਵਾਸਤੇ ਸਤਿਗੁਰੂ ਜੀ ਦਾ ਦਿੱਤਾ ਹੋਇਆ ਸਾਧਨ ਹੈ ਗੁਰਮੰਤਰ। ਤੇ ਅੱਗੇ ਹੈ ਨਾਮ। ਨਾਮ ਵਾਹਿਗੁਰੂ ਜੀ ਦੀ ਹੋਂਦ ਹੈ। ਜ਼ਰੂਰੀ ਨਹੀਂ ਕਿ ਕੋਈ ਬੰਦਾ ਬੋਲੇ ਨਾਮ ਤਾਂ ਹੋਊਗਾ। ਆਖੋ ਸਤਿਨਾਮ। ਵੀ ਜੇ ਆਪਾਂ ਵਾਹਿਗੁਰੂ ਵਾਹਿਗੁਰੂ ਕਹਾਂਗੇ ਮਨੁੱਖ ਵੀ ਨਾਮ ਤਾਂ ਹੈ। ਨਾਮ ਦੇ ਸਹਾਰੇ ਸੰਸਾਰ ਚੱਲ ਰਿਹਾ ਹੈ। ਆਖੋ ਸਤਿਨਾਮ। ਨਾਮ ਵਾਹਿਗੁਰੂ ਜੀ ਦੀ ਹੋਂਦ ਸ਼ਕਤੀ ਹੈ। ਇਸੇ ਕਾਰਨ ਕਰਕੇ ਵਾਹਿਗੁਰੂ ਜੀ ਦੀ ਹੋਂਦ ਸ਼ਕਤੀ ਹੁਣ ਹਰ ਥਾਂ 'ਤੇ ਹੈ। ਹਰ ਥਾਂ 'ਤੇ ਉਹ ਕਰ ਰਿਹਾ ਹੈ। ਇਸ ਕਰਕੇ ਇਹ ਕਿਹਾ ਜਾਂਦਾ ਗੁਰਬਾਣੀ ਦੇ ਵਿੱਚ ਕਿ ਵਾਹਿਗੁਰੂ ਜੀ ਦਾ ਨਾਮ ਹਰ ਥਾਂ 'ਤੇ ਹੈ। ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੈ ਨਾਹੀ ਕੋ ਥਾਉ। ਵਾਹਿਗੁਰੂ ਜੀ ਦਾ ਨਾਮ ਹਰ ਥਾਂ 'ਤੇ ਹੈ। ਵਾਹਿਗੁਰੂ ਜੀ ਦੀ ਹੋਂਦ ਹਰ ਥਾਂ 'ਤੇ ਹੈ। ਉਹਦੀ ਸ਼ਕਤੀ ਹਰ ਥਾਂ 'ਤੇ ਹੈ। ਅਸੀਂ ਆਹ ਗੁਰਮੰਤਰ ਦੇ ਰਾਹੀਂ, ਚਲੋ ਵਿਸ਼ਾ ਨਹੀਂ, ਮੈਂ ਵਿਸ਼ਾ ਕਰਤੇ ਭਾਵ ਦੀ ਗੱਲ ਕਰ ਰਹੇ ਆਪਾਂ, ਥੋੜ੍ਹਾ ਜਿਹਾ ਧਿਆਨ ਚਲੋ ਦੇ ਲਓ। ਆ ਸਿਮਰਨ ਕੀ ਹੈ? ਅਸੀਂ ਜਿਹੜਾ ਸਾਨੂੰ ਸਤਿਗੁਰਾਂ ਨੇ ਗੁਰਮੰਤਰ ਦਿੱਤਾ ਹੈ, ਅਸੀਂ ਗੁਰਮੰਤਰ ਦੇ ਰਾਹੀਂ ਆਪਣੇ ਆਪ ਨੂੰ ਪਰਮਾਤਮਾ ਦੇ ਵਿੱਚ ਲੈ ਜਾਣਾ ਹੈ। ਥੋੜ੍ਹਾ ਜਿਹਾ ਹੋਰ ਧਿਆਨ ਦਿਓ, ਪੂਰਾ ਧਿਆਨ ਦਿਓ, ਇਹ ਖਾਸ ਗੱਲ ਹੈ। ਅਸੀਂ ਗੁਰਮੰਤਰ ਦੇ ਰਾਹੀਂ ਆਪਣੇ ਆਪ ਨੂੰ ਪਰਮਾਤਮਾ ਵਿੱਚ ਲੈ ਜਾਣਾ ਹੈ। ਪਰਮਾਤਮਾ ਵਿੱਚ ਕਿਵੇਂ ਜਾਇਆ ਹੋਊਗਾ? ਭਾਵ ਹਉਮੈ ਨੂੰ ਭੁੱਲ ਜਾਣਾ ਹੈ, ਪਰਮਾਤਮਾ ਨੂੰ ਯਾਦ ਕਰ ਲੈਣਾ ਹੈ, ਚਿੱਤ 'ਚ ਪਰਮਾਤਮਾ ਨੂੰ ਲਾ ਜਾਣਾ ਹੈ। ਆਖੋ ਸਤਿਨਾਮ। ਜਾਣੀ ਜਿਹੜੇ ਚਿੱਤ 'ਚ ਮੈਂ ਕਰਤਾ ਭਾਵ ਖੜਾ ਸੀ ਕਿ ਮੈਂ ਕਰਦਾ, ਮੇਰਾ ਕੀਤਾ ਹੁੰਦਾ, ਮੈਂ ਸਿਆਣਾ, ਮੈਂ ਸਮਝਦਾਰ ਹਾਂ, ਇਹ ਚਿੱਤ ਦੇ ਵਿੱਚੋਂ ਇਹ ਨਿਕਲ ਜੂਗਾ। ਕਿਉਂ? ਜਦੋਂ ਤਾਂ ਆਪਾਂ ਸਿਮਰਨ ਕਰਦੇ ਹਾਂ ਮੈਂ ਦਾ ਸਾਰਾ ਦਿਨ ਵੀ ਮੈਂ ਕਰਦਾ, ਮੈਂ ਕਰਦਾ, ਮੈਥੋਂ ਐ ਹੋ ਜਾਂਦਾ ਹੈ, ਇਹ ਮੈਂ ਦਾ ਸਿਮਰਨ ਹੁੰਦਾ ਹੈ। ਹੁਣ ਜਦੋਂ ਸਿਮਰਨ ਕਰਾਂਗੇ ਤੂੰ ਦਾ, ਤੂੰ ਹੀ ਤੂੰ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੂੰ ਹੀ ਸਭ ਕੁਝ ਕਰਨ ਵਾਲਾ ਹੈ। ਚਿੱਤ ਦੇ ਵਿੱਚ ਜਦੋਂ ਇੱਦਾਂ ਦਾ ਸਿਮਰਨ ਚੱਲੂਗਾ, ਸਭ ਕੁਝ ਤੇਰਾ ਕੀਤਾ ਹੁੰਦਾ ਹੈ, ਮੇਰੇ ਸਤਿਗੁਰ ਦੱਸਦੇ ਹੈ। ਇੱਦਾਂ ਜਦੋਂ ਚਿੱਤ ਦੇ ਵਿੱਚ ਆਵੇਗਾ ਤੇ ਮੈਂ ਭਾਵ ਨਿਕਲ ਜੂਗਾ। ਜਿਹੜੀ ਭੁੱਲ ਸੀਗੀ, ਭੁੱਲ ਨਿਕਲ ਜੂਗੀ। ਜਿਹੜੀ ਗਲਤੀ ਕਰਦਾ ਹੁੰਦਾ ਨਾ ਬੰਦਾ, ਜਦੋਂ ਅਸਲੀ ਚੀਜ਼ ਵੇਖ ਲੇ ਫਿਰ ਉਹ ਗਲਤੀ ਨੂੰ ਛੱਡ ਦਿੰਦਾ ਵੀ ਨਹੀਂ ਆਹ ਗੱਲ ਸਹੀ ਸੀਗੀ। ਜਿਹੜਾ ਮੈਂ ਕਰਦਾ ਸੀ, ਮੈਨੂੰ ਗੁਰਬਾਣੀ 'ਚੋਂ ਸਮਝ ਆ ਗਈ ਵੀ ਮੈਂ ਨਹੀਂ ਕੁਛ ਕਰਦਾ, ਜੋ ਕੁਛ ਕਰਦਾ ਪਰਮਾਤਮਾ ਕਰਦਾ ਹੈ। ਫਿਰ ਇਸ ਗੱਲ ਨੂੰ ਮੁੱਖ ਰੱਖ ਕੇ ਹੀ ਸਿਮਰਨ ਹੁੰਦਾ ਹੈ। ਐ ਨਹੀਂ ਹੁੰਦਾ ਵੀ ਕਰਦਾ ਸਾਰਾ ਕੁਛ ਮੈਂ ਆ ਤੇ ਘੰਟਾ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰੂੰਗਾ। ਆਖੋ ਸਤਿਨਾਮ।
ਫਿਰ ਵਾਹਿਗੁਰੂ ਵਾਹਿਗੁਰੂ ਕਰਨਾ ਹੈ, ਫਿਰ ਤਾਂ ਹਰਨਾਕਸ਼ ਮੰਗੂ ਮੈਂ ਹੀ ਕਰਿਆ ਕਰ। ਆਖੋ ਸਤਿਨਾਮ। ਫਿਰ ਤਾਂ ਹਰਨਾਕਸ਼ ਵਾਲਾ ਭਾਵ ਹੋ ਗਿਆ ਨਾ। ਹੁਣ ਉਹ ਕਹਿੰਦਾ ਵੀ ਜੋ ਕੁਛ ਕਰਦਾ ਸੀ ਮੈਂ ਕਰਦਾ। ਹਰਨਾਕਸ਼ ਇਹ ਗੱਲ ਕਹਿੰਦਾ ਸੀ। ਪ੍ਰਹਿਲਾਦ ਭਗਤ ਸਾਹਿਬ ਜੀ ਨਾਲ ਇਹੀ ਰੌਲਾ ਸੀ। ਜੇ ਤੂੰ ਸਮਝਦਾ ਵੀ ਮੈਂ ਕਰਦਾ, ਫਿਰ ਤੂੰ ਵੀ ਹਰਨਾਕਸ਼ ਵਰਗਾ ਹੈ। ਆਖੋ ਸਤਿਨਾਮ। ਤੂੰ ਇਹ ਕੱਢ ਵਿੱਚੋਂ ਆਵੇ ਵੀ ਮੈਂ ਕਰਦਾ, ਜੋ ਕੁਛ ਕਰਨਾ ਸੋ ਕਰ ਰਿਹਾ, ਜੋ ਕੁਛ ਕਰਨਾ ਉਹ ਕਰ ਰਿਹਾ ਹੈ ਪਰਮਾਤਮਾ। ਹੁਣ ਫਰੀ ਹੋ ਗਿਆ ਨਾ ਜੀ ਬੰਦਾ, ਮਾਈਂਡ ਫਰੀ ਹੋ ਗਿਆ ਵੀ ਠੀਕ ਹੈ ਜੀ, ਵਿਹਲਾ ਹੋ ਗਿਆ ਵੀ ਆਪਾਂ ਕਿਹੜਾ ਕਰਨਾ ਕੁਛ। ਭਗਤ ਸੌਖਾ ਕਿਉਂ ਹੁੰਦਾ, ਭਗਤ ਖੁਸ਼ ਕਿਉਂ ਹੁੰਦਾ, ਭਗਤ ਆਨੰਦਿਤ ਕਿਉਂ ਹੁੰਦਾ? ਦੁਨੀਆ ਟੈਨਸ਼ਨਾਂ ਨਹੀਂ ਮਾਰੀ ਪਈ ਹੈ। ਇਹ ਕਹਿੰਦਾ ਵੀ ਮੇਰਾ ਖਿਆਲ ਆਏ ਕਿ ਮੈਂ ਨਾ ਰੱਖਿਆ, ਮੇਰੇ ਪਰਿਵਾਰ ਦਾ ਕੀ ਬਣੂ, ਆਹ ਨਹੀਂ ਸਿਆਣਾ ਉਹ ਸਿਆਣਾ, ਇੱਦਾਂ ਆਹ ਫਸਲ ਦਾ ਕੀ ਬਣੂ, ਇਹਦਾ ਕੀ ਬਣੂਗਾ, ਅੱਗੇ ਜਾ ਕੇ ਕੀ ਬਣੂ, ਦੁਨੀਆ ਦਾ ਕੀ ਬਣੂ। ਕਈ ਤਾਂ ਹੀ ਬਿਮਾਰ ਹੋ ਜਾਂਦੇ ਨੇ। ਮੈਨੂੰ ਇੱਕ ਸੱਜਣ ਮਿਲਿਆ, ਕਹਿੰਦਾ ਜੀ ਬਹੁਤ ਦੁਖੀ ਹੈ। ਮੈਂ ਕਿਹਾ ਕੀ ਹੋ ਗਿਆ? ਕਹਿੰਦਾ ਜੀ ਮੈਂ ਨਾ ਕੋਈ ਸੰਗਤ, ਹਕੀਕਤ ਹੈ ਜੀ ਇਹ, ਬਣਾਈ ਗੱਲ ਨਹੀਂ। ਕਹਿੰਦਾ ਮੈਂ ਕਿਸੇ ਇਵੇਂ ਦੇ ਬੰਦੇ ਕੋਲੇ ਬੈਠਣ ਲੱਗ ਗਿਆ ਜਾ ਕੇ ਦੁਕਾਨ 'ਤੇ, ਸਮਝ ਗਏ ਨਾ, ਦੁਕਾਨ 'ਤੇ ਜਾ ਕੇ ਬੈਠਣ ਲੱਗ ਗਿਆ। ਉਹ ਬਸ ਉੱਥੇ ਸਾਡੀ ਗੱਲਾਂ ਹੀ ਚੱਲੀ ਜਾਇਆ ਕਰੇ ਸਾਰਾ ਦਿਨ। ਧਰਤੀ ਦਾ ਪਾਣੀ ਨੀਵਾਂ ਜਾਈ ਜਾਂਦਾ ਹੈ, ਬੋਰਾ ਚੋਂ ਕੀ ਨਿਕਲੂਗਾ, ਧਰਤੀ ਬੰਜੜ ਹੋ ਜੂਗੀ। ਦੁਨੀਆ 'ਤੇ ਰੋਜ਼ ਦੇ ਕਲ ਕਲੇਸ਼ ਵਧੀ ਜਾਂਦੇ ਆ, ਦੁਨੀਆ ਦਾ ਕੀ ਬਣੂਗਾ, ਮੇਰੇ ਆਪਣੇ ਪਰਿਵਾਰਾਂ ਦਾ ਕੀ ਬਣੂਗਾ। ਐਂ ਫਸਲਾਂ ਘੱਟ ਹੋਣ ਲੱਗ ਗਈਆਂ, ਐਂ ਹੋਣ ਲੱਗ ਗਿਆ, ਉਹ ਹੋਣ ਲੱਗ ਗਿਆ, ਜਿਵੇਂ ਆਪਾਂ ਕਰਦੇ ਹੁੰਦੇ ਹਾਂ। ਕਹਿੰਦੇ ਜੀ ਸਾਰਾ ਦਿਨ ਅਸੀਂ ਤਾਂ ਐਂ ਕਰੀ ਜਾਈਏ। ਕਹਿੰਦਾ ਹੁਣ ਤਾਂ ਮੈਨੂੰ ਪਤਾ ਵੀ ਲੱਗ ਗਿਆ ਵੀ ਬਿਮਾਰੀ ਮੈਨੂੰ ਲੱਗੀ ਕਿੱਥੋਂ ਹੈ। ਕਹਿੰਦਾ ਸਾਰਾ ਦਿਨ ਅਸੀਂ ਤਾਂ ਆਹੀ ਜਾਣੀ ਸਿਮਰਨ ਕਰੀ ਜਾਇਆ ਕਰਨਾ, ਆਹੀ ਸਿਮਰਨ। ਕਹਿੰਦਾ ਹੁਣ ਤਾਂ ਐਂ ਲੱਗਦਾ ਵੀ ਮਨਾ ਬਸ ਮਰਾਂਗੇ, ਹੋਰ ਕੁਛ ਨਹੀਂ। ਆਖੋ ਸਤਿਨਾਮ। ਬਸ ਮਰਾਂਗੇ, ਕੁੱਤੇ ਤੈਨੂੰ ਤਾਂ ਘੱਟ ਹੋਊਗਾ, ਤੂੰ ਆਪਾਂ ਤਾਂ ਗਏ ਬਸ, ਆਪਣੇ ਕੋਲੇ ਕੀ ਹੈ, ਬਸ ਐਂ ਲੱਗਦਾ ਹੈ। ਹੁਣ ਜਿਹੜਾ ਬੰਦਾ ਭਗਤ ਹੈ ਉਹ ਕਹਿੰਦਾ ਵੀ ਜਦੋਂ ਮੇਰੇ ਕੋਲ ਰੱਬ ਹੈ ਤੇ ਰੱਬ ਕੋਲੇ ਸਾਰਾ ਕੁਛ ਹੈ, ਮੇਰੇ ਕੋਲੇ ਕੀ ਨਹੀਂ ਹੈਗਾ। ਆਖੋ ਸਤਿਨਾਮ। ਆਹ ਸੰਸਾਰ, ਆਹ ਪਾਣੀ, ਆਹ ਧਰਤੀ, ਆਹ ਸ੍ਰਿਸ਼ਟੀ, ਇਹ ਤਾਂ ਚੁਟਕੀ ਦਾ ਕੰਮ ਹੈ, ਚੁਟਕੀ 'ਚ ਬਣਾ ਦਿੰਦਾ ਹੈ, ਚੁਟਕੀ 'ਚ ਖੁਸ਼ਹਾਲ ਕਰ ਸਕਦਾ ਹੈ। ਪਲ ਮੈਂ ਰਾਉ ਰੰਕ ਕੋ ਕਰੇ, ਰਾਉ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਕਨਾਵੇ ਜੈ ਤਾਕੋ ਵਿਵਹਾਰੇ। 1 ਮਿੰਟ ਦੇ ਵਿੱਚ ਉਹ ਭਰ ਦਿੰਦਾ, 1 ਮਿੰਟ ਦੇ ਵਿੱਚ ਖਾਲੀ ਕਰ ਦਿੰਦਾ। ਉਹਦੇ ਵਾਸਤੇ ਕੀ ਵਾਧੇ ਘੱਟੇ ਹੈ। ਇਸ ਕਾਰਨ ਕਰਕੇ ਜੋ ਕੁਛ ਕਰਦਾ ਹੈ ਇਹ ਭਾਵ ਲੈ ਲੈਣਾ। ਅਸੀਂ ਜਦੋਂ ਸਿਮਰਨ ਕਰਨਾ ਹੈ ਨਾ, ਭਾਵ ਵਾਹਿਗੁਰੂ ਜੀ ਦਾ ਲੈਣਾ ਹੈ, ਹੋਂਦ ਸਮਝਣੀ ਹੈ। ਅਤੇ ਜਦੋਂ ਹੋਂਦ ਆ ਗਈ, ਜਾਣੀ ਹੋਂਦ ਕਾਹਦੇ ਨਾਲ ਸਮਝ ਆਉਣੀ ਹੈ? ਭਰੋਸੇ ਨਾਲ। ਗੁਰੂ ਸਾਹਿਬ ਜੀ ਭਰੋਸਾ ਦੇ ਰਹੇ ਨੇ, ਸਤਿਗੁਰੂ ਜੀ। ਜਦੋਂ ਹੋਂਦ ਸਮਝ ਵਿੱਚ ਆ ਗਈ, ਜਦੋਂ ਹੋਂਦ ਤੁਹਾਡੇ ਰੱਬ ਦੀ ਅੰਦਰ ਆ ਗਈ, ਹੈਗੀ ਤਾਂ ਪਹਿਲਾਂ ਵੀ ਹੈ, ਉਹ ਪਰਮਾਤਮਾ ਹਰ ਥਾਂ 'ਤੇ ਵਰਤ ਰਿਹਾ ਹੈ। ਜਦੋਂ ਸਮਝ ਵਿੱਚ ਆ ਗਈ ਉਹਦੀ ਹੋਂਦ, ਜਪਦਿਆਂ ਆਉਣੀ ਹੈ ਜੀ, ਇਹ ਗੱਲਾਂ ਨਾਲ ਨਹੀਂ ਆਉਣੀ। ਜੇ ਮੈਂ ਕਹਾਂ ਮੈਂ ਗਿਆਨ ਦੇ ਦਿੱਤਾ ਤੇ ਸਮਝ ਆ ਜੂਗੀ। ਜਪ ਕੇ ਤੂੰ ਕਰਤਾ ਤੂੰ ਹੁਆ, ਵਾਹਿਗੁਰੂ ਜੀ ਦੀ ਉਪਜ ਹੋ ਜਾਂਦੀ ਹੈ। ਤੂੰ ਕਰਕੇ, ਸਿਮਰਨ ਕਰਕੇ ਆਪੇ ਉਪਜ ਦੰਦ ਪੈਦਾ ਹੋ ਜਾਂਦਾ ਉੱਥੇ। ਆਹ ਜਿਹੜਾ ਗੁਰਮੰਤਰ ਹੈ ਇਹ ਬੀਜ ਮੰਤਰ ਹੈ। ਜਿਵੇਂ ਬੀਜ ਪਾਉਂਦੇ ਹਾਂ ਨਾ ਆਪਾਂ, ਵੀ ਉਹ ਫਿਰ ਜਦੋਂ ਉਹਨੂੰ ਸੰਭਾਲਾਂਗੇ ਬੀਜ ਨੂੰ ਧਰਤੀ ਦੇ ਵਿੱਚ ਸਹੀ ਬੱਤਰ 'ਤੇ, ਫਿਰ ਉਹ ਆਪਣੇ ਆਪ ਹਰਾ ਹੋਣਾ ਸ਼ੁਰੂ ਹੋ ਜਾਂਦਾ, ਫਿਰ ਅੱਗੇ ਫਲਣਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਬੀਜ ਮੰਤਰ ਹੈ। ਜਦੋਂ ਅਸੀਂ ਗੁਰੂ ਸਾਹਿਬ ਜੀ ਦਾ ਦਿੱਤਾ, ਜਦੋਂ ਅਸੀਂ ਇਸ ਬੀਜ ਨੂੰ ਬੀਜਾਂਗੇ, ਫਿਰ ਇਹ ਅੰਦਰ ਹੀ ਪੁੱਕਰਨਾ ਸ਼ੁਰੂ ਹੋ ਜਾਊਗਾ। ਰੋਜ਼ ਇਹਨੂੰ ਬੀਜੋ। ਮਨ ਹਾਲੀ ਕਰਸਾਣੀ ਕਰਨੀ, ਸਰਮ ਪਾਣੀ ਤਨ ਖੇਤ ਨਾਮ ਬੀਜ, ਸੰਤੋਖ ਸੁਹਾਗਾ, ਉੱਤੇ ਸੁਹਾਗਾ ਸੰਤੋਖ ਦਾ ਮਾਰ ਕੇ ਰੱਖ, ਟਕਾ ਗਿੱਲ ਨਾ ਜਾਵੇ ਤੇਰੀ। ਰੱਖ ਗਰੀਬੀ ਬੇਸ, ਰੱਬ ਦੇ ਤਾਂ ਸੱਚੀ ਆਪਾਂ ਨੂੰ ਬਹੁਤ ਕੁਛ ਦੇਵੇ, ਫਿਰ ਹੋਛੇ ਹੋ ਜਾਂਦੇ ਹਾਂ, ਫਿਰ ਕਹਿੰਦੇ ਲੋਕਾਂ 'ਤੇ ਧੂੜ ਪਾਉਂਦੇ ਹਾਂ ਵੀ ਮੈਂ ਤਾਂ ਅਮੀਰ ਹਾਂ। ਗਰੀਬੀ ਵੇਸ ਰੱਬ ਦੇ ਘਰੇ ਘਾਟਾ ਨਹੀਂ ਹੈਗਾ। ਰੱਬ ਸਾਰੀ ਦੁਨੀਆ ਨੂੰ ਕਿਹੜਾ ਨਾ ਅਮੀਰ ਕਰਦੇ, ਪਰ ਆਪਣੇ ਤੋਂ ਅਮੀਰੀ ਝੱਲੀ ਨਹੀਂ ਜਾਂਦੀ। ਆਖੋ ਸਤਿਨਾਮ। ਹਰ ਬੰਦਾ ਘਿਓ ਥੋੜ੍ਹੀ ਹਜਮੇ ਕਰ ਸਕਦਾ, ਹਰ ਬੰਦਾ ਅੰਮ੍ਰਿਤ ਥੋੜ੍ਹੀ ਹਜਮੇ ਕਰ ਸਕਦਾ, ਹਰ ਬੰਦਾ ਧਨ ਥੋੜ੍ਹੇ ਹਜਮੇ ਕਰ ਸਕਦਾ। ਪਰਮਾਤਮਾ ਦੇ ਹਰ ਬੰਦਾ ਗਿਆਨ ਨਹੀਂ ਹਜਮੇ ਕਰ ਸਕਦਾ ਜੀ। ਇਹ ਵੀ ਬੇਨਤੀ ਕਰ ਦੇਵਾਂ, ਅਜੇ ਆਹ ਜਿਹੜੀਆਂ ਚੀਜ਼ਾਂ ਮੈਂ ਪਹਿਲਾਂ ਕਹੀਆਂ ਇਹ ਤਾਂ ਹਾਜ਼ਮੇ ਹੋ ਜਾਣ। ਜੇ ਰੱਬ ਗਿਆਨ ਦੇ ਦੇਵੇ ਫਿਰ ਅਸੀਂ ਦੁਨੀਆ ਦੇ ਕੂੜੀਆਂ ਮਾਰਨ ਲੱਗ ਜਾਂਦੇ ਹਾਂ। ਆਖੋ ਸਤਿਨਾਮ। ਤੂੰ ਗਲਤ, ਤੈਨੂੰ ਨਹੀਂ ਪਤਾ, ਆਹ ਉਹ ਵੀ ਗਲਤ, ਉਹ ਵੀ ਗਲਤ, ਫਿਰ ਸਾਡੀ ਕਥਾ ਐਂ ਹੋਣ ਲੱਗ ਜਾਂਦੀ ਹੈ।
ਰੱਬੀ ਗਿਆਨ, ਰੱਬੀ ਧਿਆਨ, ਰੱਬ ਦੀਆਂ ਦਾਤਾਂ, ਆ ਮਾਇਆ, ਅਨਾਜ, ਸਭ ਕੁਝ ਇਹ ਰੱਬ ਦੇ ਘਰੇ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਹੈਗਾ। ਜਿੱਦੇ ਆਪਣਾ ਲੈਣ ਦਾ ਮਾਜਨਾ ਬਣ ਗਿਆ ਉਹਦੇ ਹੋਰ ਦੇ ਦੂੰਗਾ। ਆਖੋ ਸਤਿਨਾਮ। ਰੱਖ ਗਰੀਬੀ ਬੇਸ, ਆਪਦਾ ਜਿਹੜਾ ਬੇਸ ਹੈ ਨਾ ਉਹ ਹਮੇਸ਼ਾ ਗਰੀਬਾਂ ਵਾਲਾ ਬਣਾ ਕੇ ਰੱਖਣਾ। ਜੇ ਗੁਰਮਤ ਨੂੰ ਭਾਈ ਆਪਾਂ ਲੈਣਾ, ਨੋਟ ਕਰੋ ਇਸ ਨੁਕਤੇ ਨੂੰ। ਅਮੀਰੀ ਨਹੀਂ ਵਿਖਾਉਣੀ, ਅਮੀਰੀ ਲੈ ਲੈਣੀ ਹੈ, ਅਮੀਰ ਬਣਨਾ ਵਧੀਆ ਗੱਲ ਹੈ। ਕੋਲੇ ਕੁਛ ਹੋਊਗਾ, ਉਸੇ ਵਿੱਚੋਂ ਕੋਈ ਬੰਦਾ ਪੁੰਨਦਾਨ ਕਰੂਗਾ, ਉਸੇ 'ਚ ਕੋਈ ਦਸਵੰਧ ਕੱਢੂਗਾ, ਚੰਗੀ ਗੱਲ ਹੈ। ਅਮੀਰੀ ਕਮਾਈ ਕਰਨੀ ਚੰਗੀ ਗੱਲ ਹੈ, ਪਰ ਬੇਸ ਗਰੀਬੀ ਰੱਖਣਾ ਹੈ, ਹਵਾਖੋਰੀ ਨਹੀਂ ਕਰਨੀ। ਆਖੋ ਸਤਿਨਾਮ। ਇਹਦੇ ਵਿੱਚ ਪੁਰਸ਼ਾਂ ਦੀ ਹੁੰਦੀ ਹੈ ਵਿਖਾਵੇ, ਨਸ਼ੇ ਆਦਿਕ, ਅਸਲੇ ਆਦਿਕ, ਗੱਡੀਆਂ ਆਦਿਕ, ਇਹ ਇਸ ਲੈਵਲ ਦੀ ਪੁਰਸ਼ਾਂ ਦੀ ਵਿਖਾਵਾਬਾਜ਼ੀ ਹੁੰਦੀ ਹੈ। ਔਰ ਇਸਤਰੀਆਂ ਦੀ ਵਿਖਾਵਾਬਾਜ਼ੀ ਹੁੰਦੀ ਹੈ ਕੱਪੜੇ, ਸੋਨਾ, ਇੱਦਾਂ ਦੀਆਂ ਗੱਲਾਂ ਬਾਤਾਂ। ਇਹ ਔਰਤ ਦੇ ਹਿੱਸੇ ਵਿੱਚ ਵਿਖਾਵਾਬਾਜ਼ੀ ਆ ਜਾਂਦੀ ਹੈ। ਤਾਂ ਹੀ ਗੁਰਮਤਿ ਨੇ ਇਹਨਾਂ ਗੱਲਾਂ 'ਤੇ ਪਾਬੰਦੀ ਲਾਤੀ। ਆਖੋ ਸਤਿਨਾਮ। ਸੋਨਾ ਪਾਉਣ ਦਾ ਇੱਕੋ ਹੀ ਭਾਵ ਹੁੰਦਾ ਕਿ ਮੈਂ ਵਿਖਾਵਾਂ ਕਿ ਵੱਡੇ ਘਰ ਦਾ ਧੀ ਪੁੱਤ ਹਾਂ, ਹੋਰ ਸੋਨੇ ਦੇ ਹਲ ਨਹੀਂ ਚੱਲਦੇ ਹੁੰਦੇ। ਆਖੋ ਸਤਿਨਾਮ। ਸੋਨਾ ਕੋਈ ਹਲ ਨਹੀਂ ਵਾਹੁੰਦਾ, ਸੋਨਾ ਕੋਈ ਕੰਮ ਨਹੀਂ ਕਰਦਾ। ਕਿਸੇ ਟਾਈਮ ਕਰੰਸੀ ਸੀ, ਉਹ ਗੱਲ ਵੱਖਰੀ ਹੈ। ਕਈ ਕਹਿੰਦੇ ਜੀ ਤੁਹਾਨੂੰ ਪਤਾ ਨਹੀਂ ਹੈਗਾ, ਪਤਾ ਹੈ ਸਾਨੂੰ ਵੀ ਇਹ ਕਰੰਸੀ ਹੁੰਦੀ ਸੀ, ਉਦੋਂ ਇਹਦੀ ਲੋੜ ਹੁੰਦੀ ਸੀ। ਜਿਵੇਂ ਪੈਸੇ ਹੁੰਦੇ ਨਾ, ਐ ਸੋਨਾ ਵਰਤਿਆ ਜਾਂਦਾ ਹੁੰਦਾ ਸੀ ਵੀ ਦੋ ਰੱਤੀਆਂ ਸੋਨਾ ਦੇ। ਜਿਸ ਟਾਈਮ ਪੈਸਾ ਨਹੀਂ ਸੀ ਹੁੰਦਾ ਪ੍ਰਚਲਿਤ ਜ਼ਿਆਦਾ, ਵੀ ਰੱਤੀ ਸੋਨਾ ਦੇ ਤਾਂ ਆਹ ਚੀਜ਼ ਲੈ ਲਈ, ਤੋਲਾ ਸੋਨਾ ਦੇ ਤਾਂ ਕਿੱਲਾ ਜ਼ਮੀਨ ਲੈ ਲਈ, ਐਵੇਂ ਦਾ ਹੁੰਦਾ ਸੀ। ਪਰ ਅੱਜ ਸੋਨਾ ਸਿਰਫ ਵਿਖਾਵਾ ਹੈ, ਤੋਂ ਵੱਧ ਕੁਛ ਵੀ ਨਹੀਂ। ਆਖੋ ਸਤਿਨਾਮ। ਕਈ ਵਾਰ ਸਾਡੇ ਇਹ ਕਹਿੰਦੇ ਨੇ ਵੀ ਹਰਿਮੰਦਰ ਸਾਹਿਬ 'ਤੇ ਸੋਨਾ ਕਿਉਂ ਲਾਇਆ ਹੈ, ਕਿਉਂਕਿ ਸਾਰੀ ਗੱਲ ਸਪਸ਼ਟ ਕਰਨੀ ਪੈਂਦੀ ਹੈ। ਉਹ ਚੁੰਚ ਗਿਆਨੀ ਬਹੁਤ ਖਤਰਨਾਕ ਹੁੰਦੇ ਨੇ। ਹਰਿਮੰਦਰ ਸਾਹਿਬ 'ਤੇ ਸੋਨਾ ਤਾਂ ਲਾਇਆ ਹੈ ਕਿ ਇਹ ਦੱਸਿਆ ਜਾਂਦਾ ਹੈ ਕਿ ਇਹ ਹਰਿਮੰਦਰ ਕਿਹਦਾ ਮੰਦਰ ਹੈ ਜੀ? ਪਰਮਾਤਮਾ ਦਾ ਮੰਦਰ ਹੈ ਨਾ, ਹਰੀ ਦਾ ਮੰਦਰ, ਪਰਮਾਤਮਾ ਦਾ ਮੰਦਰ ਹੈ। ਉਹ ਭਾਈ ਇਹ ਤੈਨੂੰ ਗਿਆਨ ਦੇਣ ਵਾਸਤੇ ਸੀ ਵੀ ਰੱਬ ਨੂੰ ਤੂੰ ਕਿਤੇ ਐ ਨਾ ਸਮਝ ਲਈ ਵੀ ਇਹ ਤਾਂ ਆਮ ਬਸ ਜਿਨ੍ਹਾਂ ਦੇ ਕੋਲੇ ਕੁਛ ਹੈ ਨਹੀਂ ਉਹੀ ਰੱਬ ਰੱਬ ਕਰਦੇ ਫਿਰਦੇ ਆ। ਰੱਬ ਇੱਕ ਅਮੀਰ ਘਰ ਹੈ। ਆਖੋ ਸਤਿਨਾਮ। ਰਾਜਿਆਂ ਦਾ ਰਾਜ ਹੈ, ਤਾਂ ਹੀ ਉੱਪਰ ਸੋਨਾ ਲਾ ਕੇ ਤੈਨੂੰ ਵਿਖਾ ਦਿੱਤਾ ਕਿ ਇਹਨੂੰ ਕਿਤੇ ਤੂੰ ਇਹ ਨਾ ਸਮਝ ਲਈ ਵੀ ਇਹ ਤਾਂ ਬਸ ਐਵੇਂ ਹੀ ਹੈ, ਬਸ ਰੋਟੀਆਂ ਖਾਣੇ ਆਉਂਦੇ ਲੋਕ ਇੱਥੇ, ਤਾਂ ਗਰੀਬੀ ਆਉਂਦੇ ਆ, ਇੱਥੇ ਸੋਨਾ ਚੜ੍ਹਨ ਵਾਲੇ ਵੀ ਆ ਜਾਂਦੇ ਆ। ਆਖੋ ਸਤਿਨਾਮ। ਤੇ ਨਾਲੇ ਹਰਿਮੰਦਰ ਸਾਹਿਬ 'ਤੇ ਲੱਗੇ ਸੋਨੇ ਨੂੰ ਬਾਹਲੀ ਵੱਡੀ ਗੱਲ ਨਾ ਸਮਝ ਲੈਣਾ। ਹਰਿਮੰਦਰ ਸਾਹਿਬ 'ਤੇ ਜਿਨ੍ਹਾਂ ਨੇ ਸੋਨਾ ਚਾੜਿਆ, ਚਲੋ ਉਹ ਵੀ ਧੰਨਤਾ ਦੇ ਯੋਗ, ਪਰ ਹਰਿਮੰਦਰ ਸਾਹਿਬ 'ਤੇ ਤਾਂ ਲੋਕ ਸੀਸ ਚਾੜ ਦਿੰਦੇ ਆ। ਆਖੋ ਸਤਿਨਾਮ। ਆਪਦਾ ਸਿਰ ਚਾੜ ਦਿੰਦੇ ਹਰਿਮੰਦਰ ਸਾਹਿਬ ਨੂੰ, ਤਾਂ ਕਿਉਂਕਿ ਰੱਬ ਦਾ ਮੰਦਰ ਹੈ ਨਾ, ਰੱਬ ਦਾ ਘਰ ਹੈ। ਇਸ ਕਾਰਨ ਕਰਕੇ ਜੋ ਕੁਛ ਹੈ ਉਹ ਪਰਮਾਤਮਾ ਹੈ। ਪਰਮਾਤਮਾ ਦੀ ਹੋਂਦ ਨੂੰ ਅਸੀਂ ਸਮਝਣਾ ਹੈ। ਜਦੋਂ ਪਰਮਾਤਮਾ ਦੀ ਹੋਂਦ ਅੰਦਰ ਆ ਗਈ, ਫਿਰ ਨਾਮ ਅੰਦਰ ਆ ਗਿਆ, ਨਾਮ ਦੀ ਸਮਝ ਆ ਗਈ। ਬਸ ਇਹੀ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਆਹੀ ਕਹਿੰਦੇ ਸਮਝਦਾਰੀ ਦੀ ਗੱਲ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਆ ਜਿਹੜੀ ਝੂਠ ਦੀ ਤੇਰੀ ਤੇ ਰੱਬ ਦੇ ਵਿੱਚ ਜਿਹੜੀ ਕੰਧ ਨਿਕਲ ਗਈ, ਇਹ ਤੋੜਦੀ ਹੈ। ਫਿਰ ਬੇਨਤੀ ਕਰਾਂ ਜੀ, ਜਿਹੜਾ ਆਪਣਾ ਵਿਸ਼ਾ, ਰੱਬ ਕਿਤੇ ਦੂਰ ਨਹੀਂ ਹੈਗਾ। ਰੱਬ ਦੇ ਵਿੱਚ ਤੇ ਤੇਰੇ ਜੀਵ ਆਤਮਾ ਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਇੱਕ ਕੰਧ ਹੈ। ਕੀ ਭਲਾ ਹੈਗਾ ਤਾਂ ਪਰਮਾਤਮਾ, ਇਹ ਕਹਿੰਦਾ ਵੀ ਮੈਂ ਹਾਂਗਾ। ਆਖੋ ਸਤਿਨਾਮ। ਮੈਂ ਹੈਗਾ, ਜਿਵੇਂ ਦਾ ਮਰਜ਼ੀ ਹੋਵੇ। ਇਹਨੂੰ ਕਹਾਂ ਨਹੀਂ ਲੈਣਾ ਆਪਾਂ ਵੀ ਉਹ ਇਕੱਲੇ ਹੋ ਮੈਂ ਤਾਂ ਕਹਿ ਰਿਹਾ ਵੀ ਮੈਂ ਵੱਡਾ ਨਹੀਂ। ਜੇ ਇਹ ਕਹਿੰਦਾ ਨਾ ਵੀ ਮੈਂ ਤਾਂ ਜੀ ਨਿਮਾਣਾ, ਮੈਂ ਤਾਂ ਨਿਕੰਮਾ, ਮੈਂ ਤਾਂ ਕਮਜ਼ੋਰ ਹਾਂ, ਇਹ ਵੀ ਹੋਂਦ ਨੂੰ ਤਾਂ ਹਜੇ ਮੰਨੀ ਖੜਾ ਹੈ। ਆਖੋ ਸਤਿਨਾਮ। ਹੋਂਦ ਨੂੰ ਤਾਂ ਮੰਨੀ ਖੜਾ ਨਾ ਵੀ ਹੈਗਾ ਮੈਂ, ਕੁਛ ਵੀ ਹੈ ਚਾਹੇ। ਇਸ ਕਾਰਨ ਕਰਕੇ ਆਪਣੀ ਹੋਂਦ ਨੂੰ ਮਿਟਾ। ਜਦੋਂ ਆਪਣੀ ਹੋਂਦ ਨੂੰ ਤੂੰ ਮਿਟਾ ਦੇਵੇਂਗਾ, ਫਿਰ ਇੱਥੇ ਪਰਮਾਤਮਾ ਦਾ ਵਾਸਾ ਹੋਏਗਾ। ਫਿਰ ਇੱਥੇ ਦੇਖੋ ਜੀ, ਕੋਈ ਕਹਿਣਾ ਸੌਖਾ ਹੈ, ਮੈਂ ਵੀ ਕਹੀ ਜਾ ਰਿਹਾ, ਕਹਿਣਾ ਸੌਖਾ ਹੈ, ਪਰ ਅਗਲੀ ਤੁਕ ਜਦੋਂ ਸਮਝਾਂਗੇ ਨਾ, ਫਿਰ ਸਾਨੂੰ ਔਖਾ ਲੱਗੇਗਾ। ਜਦੋਂ ਕਰ ਸਭ ਕੁਛ ਪਰਮਾਤਮਾ ਰਿਹਾ, ਫਿਰ ਰੌਲਾ ਕਾਹਦਾ ਹੈ?
ਕੋਈ ਨਹੀਂ। ਜੇ ਤਾਂ ਸਾਡੇ ਮਨ ਦੇ ਰੌਲੇ ਮੁੱਕ ਗਏ, ਮਨ ਦੇ ਰੌਲੇ, ਦੁਨੀਆ ਦੇ ਨਹੀਂ ਮੁੱਕਦੇ, ਮਨ ਦੇ ਰੌਲੇ ਮੁੱਕ ਗਏ ਤਾਂ ਉਸ ਜਗਿਆਸੂ ਦੇ ਅੰਦਰ, ਉਸ ਧਰਮੀ ਬੰਦੇ ਦੇ ਅੰਦਰ ਕੋਈ ਸਵਾਲ ਨਹੀਂ ਹੁੰਦਾ ਜੀ। ਮੈਂ ਇੱਦਾਂ ਦੇ ਸੱਜਣ ਵੇਖੇ ਆ, ਆਪਸ ਵਿੱਚ ਜਦੋਂ ਮੇਲ ਹੋਣਾ, ਹਾਂ ਭਾਈ ਦੱਸੋ ਕੀ ਸਵਾਲ ਹੈ, ਕੋਈ ਸਵਾਲ ਨਹੀਂ ਹੈਗਾ ਜੀ। ਆਖੋ ਸਤਿਨਾਮ। ਸਾਰੇ ਸਵਾਲ ਮਨ ਦੇ ਹੁੰਦੇ ਆ, ਰੂਹਾਨੀਅਤ ਵਿੱਚ ਕੋਈ ਸਵਾਲ ਨਹੀਂ ਹੈਗਾ। ਜਦੋਂ ਜੁੜ ਗਿਆ ਨਾ, ਫਿਰ ਪੜ੍ਹਿਆ ਅਣਪੜ੍ਹਿਆ, ਫਿਰ ਕੋਈ ਸਵਾਲ, ਕੋਈ ਸ਼ੰਕਾ ਨਹੀਂ ਹੈਗਾ ਇਹਦੇ ਅੰਦਰ। ਸ਼ੰਕੇ ਸਾਰੇ ਮਨ ਦੇ ਹੈ, ਤੇ ਮਾਫ ਕਰ ਦੇਣਾ ਇਹ ਹੁੰਦੇ ਵੀ ਮਨ ਦੇ ਦਾਗ ਹੈ। ਆਖੋ ਸਤਿਨਾਮ। ਕਈ ਵਾਰੀ ਕੋਈ ਬੱਚੇ ਇੱਦਾਂ ਦੇ ਮਿਲ ਜਾਂਦੇ ਆ ਜੀ, ਆਹ ਐਂ ਕਿਵੇਂ ਹੋ ਜੂ, ਧਰਮ ਦੇ ਵਿੱਚ ਆਹ ਗੱਲ ਲਿਖੀ ਹੈ, ਨਵੀਂ ਜੀ ਲੈ ਕੇ ਆਉਂਦੇ ਨਾ ਤਰਕ ਜੀ, ਉਹਨੂੰ ਇਹੀ ਗੱਲ ਕਹੀਦੀ ਹੈ ਵੀ ਤੂੰ ਹਜੇ ਨਹੀਂ ਸਾਡਾ ਸਮਝਾਇਆ ਨਹੀਂ ਸਮਝਦਾ ਭਾਈ, ਇਹ ਤੇਰੇ ਮਨ ਦੇ ਉੱਤੇ ਮੈਲ ਹੈ, ਇਹਨੂੰ ਲਾ ਕੇ ਵੇਖ, ਤੈਨੂੰ ਆਪੇ ਦਿਸਣ ਲੱਗ ਜੂਗਾ ਵੀ ਸਹੀ ਕੀ ਹੈ। ਆਖੋ ਸਤਿਨਾਮ। ਮਨ ਦੇ ਉੱਤੇ ਸ਼ੰਕਿਆਂ ਦੀ ਮੈਲ ਹੁੰਦੀ ਹੈ, ਜਿਵੇਂ ਸ਼ੀਸ਼ੇ ਦੇ ਉੱਤੇ ਤੁਪਕਿਆਂ ਦੀ ਮੈਲ ਪੈ ਜਾਂਦੀ ਹੈ ਨਾ, ਕੋਈ ਤੇਲ ਪਾ ਗਿਆ ਜਾਂ ਕੋਈ ਹੋਰ ਚੀਜ਼ ਪੈ ਗਈ, ਉਹ ਫਿਰ ਹੈ ਤਾਂ ਕੁਛ ਨਹੀਂ ਗਾ, ਪਰ ਸਾਨੂੰ ਆਪਣਾ ਆਪ ਦਿਸਣੋਂ ਹਟ ਜਾਂਦਾ ਸ਼ੀਸ਼ੇ 'ਚ। ਉਹ ਸ਼ੰਕਿਆਂ ਦੀ ਮੈਲ ਲਾ ਦੇ, ਸਿੱਧਾ ਸ਼ੀਸ਼ੇ ਦੇ ਸਾਹਮਣੇ ਹੋ ਜਾ, ਤੈਨੂੰ ਆਪੇ ਹੀ ਰੱਬ ਦਿਸੂਗਾ। ਆਖੋ ਸਤਿਨਾਮ। ਅਸਲ ਵਿੱਚ ਤੂੰ ਹੀ ਰੱਬ ਹੈ, ਭੁੱਲਿਆ ਭਟਕਿਆ ਕਿਧਰੇ ਹੋਰ ਹੀ ਨਿਕਲ ਗਿਆ ਸੀ। ਆਖੋ ਸਤਿਨਾਮ। ਤੂੰ ਹੀ ਰੱਬ ਹੈ, ਭੁੱਲਿਆ ਭਟਕਾ ਕਿਤੇ ਨਿਕਲ ਗਿਆ, ਤੇਰੇ ਵਿੱਚ ਦਫਾੜ ਪੈ ਗਈ ਸੀ, ਦਫਾੜ, ਤਰੇੜ ਪੈ ਗਈ ਸੀ। ਜਿਸ ਸ਼ੀਸ਼ੇ ਵਿੱਚ ਤਰੇੜ ਪੈ ਜਾਏ, ਇੱਕ ਬੰਦੇ ਦੇ ਦੋ ਦਿਖਾਉਣ ਲੱਗ ਜਾਂਦਾ, ਗੱਲ ਆਹੀ ਹੈ। ਆਖੋ ਸਤਿਨਾਮ। ਮਨ ਦੀ ਤਰੇੜ ਮੁਕਾ ਦੇ ਵਾਹਿਗੁਰੂ ਜੀ ਦੇ ਸਿਮਰਨ ਨਾਲ। ਤੂੰ ਇਹ ਸੋਚ ਕਿ ਜੋ ਕੁਛ ਕਰ ਰਿਹਾ ਹੈ ਪਰਮਾਤਮਾ ਉਹ ਠੀਕ ਕਰ ਰਿਹਾ ਜੀ, ਤੇ ਜੇ ਜੀਰੀ ਘੱਟ ਨਿਕਲੀ ਫੇਰ ਨਹੀਂ ਮਨ ਮੰਨਣਾ। ਆਖੋ ਸਤਿਨਾਮ। ਕਰਦਾ ਠੀਕ, ਮੰਨਦਾ ਮਨ, ਫੇਰ ਸ਼ੰਕਾ ਕਰਦਾ ਹੈ। ਆਖੋ ਸਤਿਨਾਮ। ਨਾ ਆਏ ਜੇ ਹੋ ਜਾਂਦਾ ਤਾਂ ਵਧੀਆ ਸੀ। ਇਹ ਤਾਂ ਚਲੋ ਆਪਣੀ ਉਦਾਹਰਨ ਹੈ ਇੱਕ ਸਿੱਧੀ ਪਿੰਡਾਂ ਵਾਲਿਆਂ ਦੀ, ਹਰ ਗੱਲ ਤੇ ਜੇ ਐਂ ਹੋ ਜਾਂਦਾ ਤਾਂ ਵਧੀਆ ਸੀ, ਐਂ ਹੋ ਜਾਂਦਾ ਤਾਂ ਵਧੀਆ ਸੀ, ਇੱਥੋਂ ਐਂ ਗਲਤ ਹੋ ਗਿਆ, ਤੇ ਜਿਹੜਾ ਗਲਤ ਹੋ ਗਿਆ ਫਿਰ ਕਰਦਾ ਕੌਣ ਹੈ? ਰੱਬ। ਰੱਬ ਗਲਤ ਹੈ, ਤੂੰ ਹਜੇ ਰੱਬ ਨੂੰ ਪਾਉਣਾ ਭਾਲਦਾ ਹੈ। ਆਖੋ ਸਤਿਨਾਮ। ਤੇਰੇ ਅਨੁਸਾਰ ਰੱਬ ਗਲਤ ਹੈ। ਦੱਸਣਾ ਤਾਂ ਵੱਡੇ ਨੇ ਹੁੰਦਾ ਵੀ ਗਲਤ ਕੌਣ ਹੈ, ਤੇ ਹੈ ਰੱਬ ਵੱਡਾ, ਤੇ ਦੱਸੀ ਅਸੀਂ ਜਾਂਦੇ ਹਾਂ। ਇਹ ਮਨ ਦਾ ਸ਼ੰਕ ਹੈ, ਮਨ ਦੀ ਮੈਲ ਹੈ, ਹੋਰ ਕੁਛ ਵੀ ਨਹੀਂ। ਆਖੋ ਸਤਿਨਾਮ। ਮਨ ਦੀ ਤਰੇੜ ਹੈ। ਜਦੋਂ ਸਾਡਾ ਭਾਈ, ਸਾਡਾ ਪਿਓ ਸਾਨੂੰ ਇਹ ਲੱਗੇ ਵੀ ਇਹ ਤਾਂ ਗਲਤ ਕਰਦਾ ਹੈ, ਉਹਦੀ ਅੱਡ ਹੁੰਦੇ ਆ। ਆਖੋ ਸਤਿਨਾਮ। ਉਹਦੀ ਅੱਡ ਹੁੰਦੇ ਆਪਾਂ। ਆਪਣੀ ਜਿਹੜੀ ਜਿੰਦ ਹੈ ਨਾ, ਇਹ ਰੱਬ ਨਾਲ ਆਈ ਅੱਡ ਹੋਈ ਹੈ, ਕਹਿੰਦੇ ਵੀ ਰੱਬ ਤਾਂ ਗਲਤ ਕਰਦਾ ਹੈ। ਆਖੋ ਸਤਿਨਾਮ। ਮੈਂ ਤੈਨੂੰ ਦੱਸੂਗਾ ਅਰਦਾਸ ਕਰਕੇ ਵੀ ਕਿਵੇਂ ਕਰਨਾ, ਕਿਵੇਂ ਨਹੀਂ ਕਰਨਾ। ਆਖੋ ਸਤਿਨਾਮ। ਜਿਹੜਾ ਮੇਰੇ ਨਾਲ ਰੌਲਾ ਪਾਉਂਦੇ ਸੀ ਨਾ ਕਿ ਐਂ ਕਹਿੰਦਾ ਵੀ ਅਰਦਾਸ ਕਾਹਦੀ ਖਾਤਰ ਕਰਦੇ ਹੋ, ਮੈਂ ਹੈ ਨਹੀਂ ਕਿਹਾ ਅਰਦਾਸ ਕਾਹਦੀ ਖਾਤਰ ਕਰਦੇ ਹੋ। ਮੈਂ ਆਹ ਗੱਲ ਕਹਿ ਰਿਹਾ ਕਿ ਤੂੰ ਸ਼ੰਕਿਆਂ ਵਿੱਚ ਅਰਦਾਸ ਕਾਹਦੀ ਖਾਤਰ ਕਰਦਾ ਹੈ। ਆਖੋ ਸਤਿਨਾਮ। ਤੇਰੀ ਅਰਦਾਸ ਕਿਤੇ ਸ਼ੰਕਾ ਤਾਂ ਨਹੀਂ, ਤੇਰੀ ਅਰਦਾਸ ਕਿਤੇ ਬੇਭਰੋਸਗੀ ਤਾਂ ਨਹੀਂ। ਅਰਦਾਸ ਤਾਂ ਸਿੱਖ ਨੇ ਕਰਨੀ ਹੈ ਗੁਰੂ ਅੱਗੇ। ਅਰਦਾਸ ਸ਼ਰਧਾ ਦੀ ਕਰਨੀ ਹੈ, ਅਰਦਾਸ ਸਿਮਰਨ ਦੀ ਕਰਨੀ ਹੈ, ਅਰਦਾਸ ਬੱਚਾ ਬਣ ਕੇ ਕਰਨੀ ਹੈ, ਨਾ ਕਿ ਸ਼ਰੀਕ ਬਣ ਕੇ ਵੀ ਤੈਨੂੰ ਮੈਂ ਦੱਸਦਾ। ਆਖੋ ਸਤਿਨਾਮ। ਪਹਿਲੀ ਗੱਲ ਤਾਂ ਜਦੋਂ ਇਹ ਅਵਸਥਾ ਆ ਗਈ, ਉੱਥੇ ਬਿਨ ਬੋਲੇ ਸਭ ਕੁਛ ਜਾਣਦਾ। ਇਹ ਸ਼ਬਦ ਉਹਨੂੰ ਛੂਟ ਹੋਊਗਾ ਜੀ। ਜੇ ਆਪਾਂ ਦੂਜੇ ਨੂੰ ਕਹਾਂਗੇ, ਉਹ ਕਹੂਗਾ ਜੀ ਨਾਲੇ ਤੁਹਾਡੇ ਅਰਦਾਸਾਂ ਹੁੰਦੀਆਂ ਗੁਰਦੁਆਰੇ, ਨਾਲੇ ਤੁਸੀਂ ਕਹੇ ਜਾਂਦੇ ਵੀ ਅਰਦਾਸ ਦੀ ਲੋੜ ਨਹੀਂ। ਇਹ ਉਸ ਚੌਥੀ ਅਵਸਥਾ ਵਾਲੇ ਦਾ ਸ਼ਬਦ ਹੈ। ਮੈਂ ਅਕਸਰ ਇਹ ਬੇਨਤੀਆਂ ਕਰਦਾ ਹੁੰਦਾ ਵੀ ਹਰ ਤੁਕ ਹਰ ਬੰਦੇ ਦੇ ਵਾਸਤੇ ਨਹੀਂ ਹੈਗੀ ਗੁਰਬਾਣੀ ਦੇ। ਕੋਈ ਕਿਸੇ ਨੂੰ ਨਸ਼ਾ ਹਟਾਉਣ ਵਾਸਤੇ ਹੈ, ਕੋਈ ਕਿਸੇ ਨੂੰ ਪਾਪ ਕਰਨ ਤੋਂ ਹਟਾਉਣ ਵਾਸਤੇ, ਕਿਸੇ ਨੂੰ ਸਿਮਰਨ ਦਾ ਤਰੀਕਾ ਦੱਸਣ ਵਾਸਤੇ ਹੈ। ਜਿਹੜੀਆਂ ਆਹ ਤੁਕਾਂ ਨੇ ਗੁਰਬਾਣੀ ਦੀਆਂ, ਇਹ ਜਿਨ੍ਹਾਂ ਉੱਪਰ ਕਿਰਪਾ ਹੋ ਚੁੱਕੀ ਹੈ ਸਤਿਗੁਰੂ ਦੀ, ਉਹਨਾਂ ਵਾਸਤੇ ਹੈ। ਉਵੇਂ ਜਿਵੇਂ ਜਿੰਨਾ ਮਰਜ਼ੀ ਪਾਠ ਕਰੀ ਜਾਓ, ਐ ਕੋਈ ਸਮਝ ਨਹੀਂ ਗੱਲ ਆਉਣੀ। ਆਖੋ ਸਤਿਨਾਮ। ਫਿਰ ਇਹ ਤਾਂ ਆਪਣੇ ਤਾਂ ਸ਼ੰਕੇ ਪੈ ਜਾਣ, ਗੱਲ ਹੀ ਉਲਟ ਹੋਊਗੀ ਵੀ ਗੁਰਬਾਣੀ ਵਿੱਚ ਇਹ ਲਿਖਿਆ, ਤੇ ਇੱਕ ਪਾਸੇ ਗੁਰਬਾਣੀ ਦੇ ਵਿੱਚ ਅਰਦਾਸ ਬਹੁਤ ਲਿਖੀ ਹੈ।
ਵੀ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਇਹ ਅਰਦਾਸ ਹੀ ਹੋ ਗਈ ਨਾ, ਪਹਿਲਾਂ ਰੱਬ ਨੂੰ ਬੇਨਤੀ ਕਰਨੀ। ਤੇ ਦੂਜੇ ਪਾਸੇ ਸਾਡੀ ਹੀ ਗੁਰਬਾਣੀ ਕਹਿ ਰਹੀ ਹੈ ਕਿ ਬਿਨ ਬੋਲੇ ਸਭ ਕੁਛ ਜਾਣਦਾ, ਕਿਸ ਆਗਿਆ ਕੀਚੈ। ਅਰਦਾਸ ਜਦੋਂ ਕਰਤੇ ਭਾਵ ਨੂੰ ਸਮਝ ਗਿਆ ਵੀ ਮੈਂ ਸਿਆਣਾ ਕਿ ਰੱਬ, ਮੈਂ ਸਿਆਣਾ ਕਿ ਰੱਬ ਸਿਆਣਾ ਹੈ, ਗੁਰੂ ਸਿਆਣਾ ਹੈ, ਗੁਰੂ ਸਿਆਣਾ ਨਾ, ਫਿਰ ਦੱਸਣਾ ਕੀ ਹੈ, ਆਖੋ ਸਤਿਨਾਮ। ਜਦੋਂ ਆਪਾਂ ਇਹ ਪੜ੍ਹਦੇ ਹਾਂ ਕਿ ਘਟ ਘਟ ਕੇ ਅੰਤਰ ਕੀ ਜਾਣਤ, ਇਹਦਾ ਮਤਲਬ ਵੀ ਉਹ ਤਾਂ ਸਾਡੇ ਫੁਰਨੇ ਨੂੰ ਵੀ ਸਮਝ ਰਿਹਾ, ਫੁਰਨਾ ਜਿਹੜਾ ਸਾਡੇ ਅੰਦਰ ਆ ਰਿਹਾ ਵੀ ਕੀ ਮੰਗੂਗਾ, ਆਖੋ ਸਤਿਨਾਮ। ਫੁਰਨਾ ਆਉਂਦਾ ਨਾਭੀ ਤੋਂ, ਨਾਭੀ ਦੇ ਉੱਤੋਂ ਫਿਰ ਉਹ ਹਵਾ ਬਣ ਕੇ ਚੱਲਦਾ ਹੈ, ਫਿਰ ਗਲੇ ਦੇ ਵਿੱਚ ਆ ਕੇ ਸ਼ਬਦ ਬਣਨਾ ਸ਼ੁਰੂ ਹੁੰਦੇ, ਜੀਭ ਤੇ ਕੰਪਲੀਟ ਸ਼ਬਦ ਬਣਦਾ ਹੈ, ਫਿਰ ਅਰਦਾਸ ਕਰਦੇ ਹਾਂ ਤੇ ਉਹ ਤਾਂ ਉੱਥੋਂ ਹੀ ਸਮਝ ਹੀ ਖੜੇ, ਆਖੋ ਸਤਿਨਾਮ। ਇਸ ਕਰਕੇ ਉਹ ਫੁਰਨਾ ਠਾਉਣ ਵਾਲਾ ਵੀ ਕੌਣ ਹੈ? ਪਰਮਾਤਮਾ। ਤੇ ਪੂਰਾ ਕਰਨ ਵਾਲਾ ਕੌਣ ਹੈ? ਪਰਮਾਤਮਾ। ਇਸ ਕਰਕੇ ਨਾ ਫੁਰਨੇ ਠਾ, ਸਮਝਿਓ, ਨਾ ਫੁਰਨੇ ਠਾ, ਤੂੰ ਉੱਥੇ ਸ਼ਾਂਤ ਹੋ ਜਾ, ਉੱਥੇ ਹੀ ਜਾਣਦਾ ਹੈ, ਆਖੋ ਸਤਿਨਾਮ। ਇਹ ਹੈ ਆਨੰਦ, ਅੰਦਰ ਦਾ ਆਨੰਦ, ਅੰਦਰ ਦੀ ਸ਼ਾਂਤੀ। ਜੇ ਫੁਰਨੇ ਉੱਠੇ ਫਿਰ ਬਾਹਰ ਆਏ, ਫਿਰ ਮੰਗ ਮੰਗੀ, ਫਿਰ ਪੂਰੀ ਹੋਈ ਨਾ ਹੋਈ, ਇਹ ਤਾਂ ਫਿਰ ਮਾਇਕ ਧਰਮ ਹੋ ਗਿਆ, ਧਰਮ ਨਾ ਹੋਇਆ, ਆਖੋ ਸਤਿਨਾਮ। ਫਿਰ ਤਾਂ ਸੌਦਾ ਹੋ ਗਿਆ ਨਾ ਵੀ ਤੂੰ ਇੰਨੇ ਲੈ ਲਾ, ਇੰਨੇ ਕਰ ਲਾ, ਆਹ ਮੈਨੂੰ ਦੇ ਦੇ, ਤੂੰ, ਮੈਂ ਤੈਨੂੰ ਰੱਬ ਤਾਂ ਮੰਨਦਾ। ਬਹੁਤ ਸਿੱਧੇ ਕਹਿੰਦੇ ਸੁਣਿਆ ਇਹ ਤੁਸੀਂ, ਮੈਂ ਤਾਂ ਗੁਰੂ ਨੂੰ ਤਾਂ ਮੰਨੂਗਾ ਜੇ ਮੇਰਾ ਕੰਮ ਹੋ ਜੇ, ਆਖੋ ਸਤਿਨਾਮ। ਜਾਣੀ ਰੱਬ ਨੂੰ ਤਾਂ ਮੰਨਾਂਗੇ ਕੰਮ ਦੇ ਆਧਾਰ ਤੇ, ਜੇ ਸਾਡਾ ਕੰਮ ਨਹੀਂ ਤਾਂ ਸਾਡੇ ਬਾਅਦ ਹੀ ਰੱਬ ਨਹੀਂ, ਆਖੋ ਸਤਿਨਾਮ। ਇਸ ਕਾਰਨ ਕਰਕੇ ਜੋ ਕੁਛ ਕਰਨਾ ਉਹ ਪਰਮਾਤਮਾ ਕਰ ਰਿਹਾ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਆਹ ਜਿਹੜੇ ਅੱਗੇ ਗੱਲ ਹੈ ਵੀ ਤੂੰ ਸੱਚ ਕਰਕੇ ਮੰਨ, ਵਾਹਿਗੁਰੂ ਵਾਹਿਗੁਰੂ ਕਹਿਣ ਦਾ ਫੇਰ ਫਾਇਦਾ ਜੀ। ਹੁਕਮ ਰਜਾਈ ਚੱਲਣਾ, ਜੋ ਕੁਛ ਕਰ ਰਿਹਾ ਉਹ ਠੀਕ ਕਰ ਰਿਹਾ। ਔਖਾ ਤਾਂ ਮੈਨੂੰ ਵੀ ਲੱਗ ਰਿਹਾ ਕਹਿਣਾ, ਤੁਹਾਨੂੰ ਵੀ ਔਖਾ ਲੱਗ ਰਿਹਾ ਚੱਲਣੀ ਇਹ ਗੱਲ, ਮੈਨੂੰ ਪਤਾ ਹੈ, ਕਿਉਂਕਿ ਜਿਹੜਾ ਭਾਵ ਤੋਂ ਬੋਲਦਾ ਹੁੰਦਾ ਨਾ ਉਹਨੂੰ ਉੱਥੇ ਜਾ ਕੇ ਉਹਨੂੰ ਪਤਾ ਲੱਗਦਾ ਵੀ ਇਹਦੇ 'ਚ ਕੀ ਦੁੱਖ ਸੁੱਖ ਹੈ। ਹੁਕਮ ਰਜਾਈ ਚੱਲਣਾ, ਉਹਦੇ ਹੁਕਮ ਵਿੱਚ ਚੱਲ, ਨਾਨਕ ਲਿਖਿਆ ਨਾਲ, ਜਿਹੜਾ ਤੇਰੀ ਕਿਸਮਤ ਵਿੱਚ ਹੈ ਉਹ ਲਿਖਿਆ, ਉਹਦੇ ਹੁਕਮ ਵਿੱਚ ਚੱਲ। ਤੇ ਉਸ ਤੋਂ ਅੱਗੇ ਇਹ ਹੈ ਵੀ ਜਿਹੜਾ ਹੁਕਮ ਵਿੱਚ ਰਹਿਣ ਲੱਗ ਗਿਆ ਉਹਨੂੰ ਛੋਟਾਂ ਤੇ ਖੁਸ਼ੀਆਂ ਮਿਲ ਜਾਂਦੀਆਂ, ਇਹ ਅੱਗੇ ਪਿੱਛੇ ਹੈ, ਆਖੋ ਸਤਿਨਾਮ। ਇਹ ਇਸ ਤੋਂ ਅੱਗੇ ਗੱਲ ਹੈ। ਅੱਜ ਆਪਾਂ ਕਰਤੇ ਭਾਵ ਨੂੰ ਸਮਝ ਰਹੇ ਹਾਂ। ਕਬੀਰ ਕਾਰਨ ਸੋ ਭਇਓ, ਜੋ ਕੀਨੋ ਕਰਤਾਰ। ਸ਼ਲੋਕ ਦੇ ਅਰਥ ਕਰ ਲਈਏ ਆਪਾਂ। ਕਬੀਰ ਸਾਹਿਬ ਇਹ ਕਹਿ ਰਹੇ ਨੇ ਕਿ ਆਮ ਦੁਨੀਆ ਇਹ ਕਹਿੰਦੀ ਹੈ ਭਾਈ ਕਾਰਨ ਬਣਦਾ ਹੈ, ਕਿਸੇ ਕੰਮ ਦਾ ਕਾਰਨ ਬਣਦਾ ਹੈ, ਤੇ ਕਾਰਨ ਕੌਣ ਬਣਾਉਂਦਾ ਹੈ? ਆਖੋ ਸਤਿਨਾਮ। ਕਬੀਰ ਸਾਹਿਬ ਉਦੋਂ ਪਿੱਛੇ ਲੈ ਗਏ। ਆਪਾਂ ਤਾਂ ਕਹਿੰਦੇ ਵੀ ਕਾਰਨ ਬਣਿਆ ਤਾਂ ਕੰਮ ਹੋਇਆ, ਤੇ ਕਾਰਨ ਦਾ ਮਾਲਕ ਕੌਣ ਹੈ? ਕਾਰਨ ਵੀ ਪਰਮਾਤਮਾ ਬਣਾਉਂਦਾ ਹੈ, ਆਖੋ ਸਤਿਨਾਮ। ਕਬੀਰ ਕਾਰਨ ਸੋ ਭਇਆ। ਕਬੀਰ ਸਾਹਿਬ ਕਹਿੰਦੇ ਕਾਰਨ ਹੀ ਉਹ ਬਣਦਾ ਹੈ ਜੋ ਕੀਨੋ ਕਰਤਾਰ। ਪਰਮਾਤਮਾ ਦੇ ਤਾਂ ਨਕਸ਼ੇ 'ਚ ਹੈ ਪਹਿਲੇ ਸਾਰਾ ਕੁਛ, ਜੋ ਉਹਨੇ ਕਰਨਾ ਉਹਦਾ ਕਾਰਨ ਵੀ ਬਣਾ ਦਿੰਦਾ ਹੈ, ਆਖੋ ਸਤਿਨਾਮ। ਕਰਤਾਰ, ਜਿੱਥੇ ਰੱਬ ਨੂੰ ਅਸੀਂ ਕਰਤਾਰ ਦਾ ਸਿੱਧਾ ਨਾਂ ਦਿੰਦੇ ਹਾਂ, ਇਹ ਨਾਉਨ ਨਹੀਂ ਹੈ, ਇਹ ਵਾਹਿਗੁਰੂ ਦੇ ਵਿਸ਼ਲੇਸ਼ਣ ਹੈ, ਵਾਹਿਗੁਰੂ ਜੀ ਦੀ ਖਾਸੀਅਤ ਹੈ, ਕਰਤਾ ਭਾਵ ਹੈ। ਪਰਮਾਤਮਾ ਕਰਦਾ ਹੈ, ਕਰਤਾ ਹੈ, ਤਾਂ ਹੀ ਕਰਤਾਰ ਕਹਿੰਦੇ ਹੈ, ਆਖੋ ਸਤਿਨਾਮ। ਹੁਣ ਆਪਾਂ ਵਾਹਿਗੁਰੂ ਜੀ ਨੂੰ ਨਿਰਭਉ ਵੀ ਕਹਿੰਦੇ ਹਾਂ, ਭਾਵ ਭਾਵੇਂ ਵਾਹਿਗੁਰੂ ਜੀ ਨੂੰ ਭੈ ਨਹੀਂ ਹੈਗਾ ਕਿਸੇ ਦਾ। ਨਿਰੰਕਾਰ ਵੀ ਕਹਿੰਦੇ ਹਾਂ, ਨਿਰੰਕਾਰ ਦਾ ਭਾਵ ਹੁੰਦਾ ਹੈ ਉਹਦੀ ਬਾਡੀ ਨਹੀਂ ਹੈ, ਉਹ ਸੂਖਮਤਾ ਦੇ ਵਿੱਚ ਰਹਿ ਸਕਦਾ ਹੈ। ਇਹ ਜਿਹੜੇ ਨਾਉਨ ਨਹੀਂ ਹੈਗੇ, ਇਹ ਵਿਸ਼ਲੇਸ਼ਣ ਹੈ, ਇਹ ਖਾਸੀਅਤ ਹੈ ਵਾਹਿਗੁਰੂ ਜੀ ਦੀ, ਗੁਣਵਾਚਕ ਕਹਿ ਲਓ, ਇਹ ਗੁਣਵਾਚਕ ਨਾਮ ਨੇ, ਉਹਦੀ ਵਿਸ਼ੇਸ਼ਤਾ ਦੇ ਵਿੱਚ ਜਿਹੜੇ ਉਹਦੇ ਗੁਣ ਨੇ ਉਹ ਨਾਮ ਨੇ। ਚਲੋ ਇਹ ਨਹੀਂ ਆਪਣਾ। ਤਿਸ ਬਿਨ ਦੂਸਰ ਕੋ ਨਹੀਂ, ਏਕੈ ਸਿਰਜਣਹਾਰ। ਭਗਤ ਕਬੀਰ ਸਾਹਿਬ ਜੀ ਵਚਨ ਕਹਿ ਰਹੇ ਨੇ, ਕਹਿੰਦੇ ਉਸ ਪਰਮਾਤਮਾ ਤੋਂ ਬਿਨਾਂ ਦੂਜਾ ਕੋਈ ਨਹੀਂ, ਏਕੈ ਸਿਰਜਣਹਾਰ। ਆ ਸਾਰਾ